सतनाम वाहिगुरु साहिब जी। तू मेरो मेर परबत स्वामी, ओट गही मैं तेरी। ना तुम डोलो ना हम गिरते, रख लीनी हर मेरी। अब तब जब कब तुही तुही, हम तो प्रसाद सुखी सदही। राख ले हो हम ते बिगड़ी, सील धर्म जप भगत न कीनी। हौ अभिमान ढेड पगरी, अमर जान संचिए काया। ए मिथ्या काची गगरी, जिस निवाज साज हम किए, तिस बिसार अवर लगरी। संदक तोहे साध नहीं कहियो, शरण परे तुमरी पगरी। कहो कबीर हे बिनती सुनियो, मत कालो जम की खबरी। जेता दियो पिंड सब तेरा, तू अंतर जामी पुरख भगवान। दासन दास कहे जन नानक, जेहा तू कराए तेहा हो करी वख्यान। सतनाम वाहिगुरु साहिब जी। कबीर संगत साध की, दिन दिन दूना हेत। साकतकारी कांबरी, तोए होए ना सेत। कबीर मन मुंडिया नहीं, केस मुंडाए काय। जो किश किया सो मान किया, मुंडा मूंड अजाय। कबीर राम ना छोड़िए, तन तहन जाए ता जाओ। चरण कमल चित बेदिया, राम है नाम समाओ। वाहिगुरु जी का खालसा, वाहिगुरु जी की फतेह। धन धन सतगुरु गुरु गरीब निवाज, पतित पावन भगत वत्सल, तरन तारन अनाथ अनाथ, करण करावनहार, सर्ब कला समर्थ
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਨ ਦਇਆਲ ਪਾਤਸ਼ਾਹ, ਤਿਨਾਂ ਦੀ ਅਪਾਰ ਮਿਹਰਮਤ ਹੈ, ਅਥਾਹ ਬਖਸ਼ਿਸ਼ ਹੈ, ਜੋ ਸਤਿਗੁਰੂ ਸਾਹਿਬ ਜੀ ਨੇ ਆਪਣੀ ਮਿਹਰ ਭਰੀ ਨਦਰ ਕਰਕੇ ਸਾਨੂੰ ਸਭ ਨੂੰ ਆਪਣੀ ਪਾਵਨ ਪਵਿੱਤਰ ਹਜ਼ੂਰੀ ਦੇ ਵਿੱਚ ਸਤਸੰਗਤ ਰੂਪ ਵਿੱਚ ਜੁੜ ਬੈਠ ਕੇ ਸਾਡੇ ਮਨੁੱਖਾ ਜੀਵਨ ਦੀਆਂ ਇਹਨਾਂ ਅਮੋਲਕ ਘੜੀਆਂ ਨੂੰ ਸਫਲ ਕਰਨ ਦਾ ਅਵਸਰ ਬਖਸ਼ਿਸ਼ ਕਰਕੇ ਨਵਾਜ਼ਿਸ਼ ਕੀਤੀ ਹੈ ਜੀ। ਬੜੇ ਆਪ ਜੀ ਸੁਭਾਗਸ਼ਾਲੀ ਹੋ ਜੋ ਗੁਰੂ ਕੀ ਬਖਸ਼ਿਸ਼ ਨੂੰ ਕੀਰਤਨ ਰੂਪ ਦੇ ਵਿੱਚ ਮਾਨਣ ਦਾ ਨਿਰਮਲ ਯਤਨ ਕਰ ਰਹੇ ਸੀ। ਸਤਿਗੁਰੂ ਸਾਹਿਬ ਜੀ ਬਾਣੀ ਦੇ ਅੰਤਰਗਤ ਬਖਸ਼ਿਸ਼ ਕਰਦੇ ਹਨ ਕਿ ਜਦੋਂ ਗੁਰਸਿੱਖ ਨੇ ਆਪਣੇ ਜੀਵਨ ਦੇ ਵਿੱਚ ਅਧਿਆਤਮਿਕ ਮਾਰਗ 'ਤੇ ਚੱਲਣਾ ਜਾਂ ਚੱਲਦਿਆਂ ਹੋਇਆਂ ਵਿਕਾਸ ਕਰਨਾ ਹੈ ਤਾਂ ਉਸ ਦੀ ਕੀਰਤਨ ਭਗਤੀ ਜੋ ਹੈ ਉਹਦੀ ਸਾਧਨਾ ਬੜੀ ਵਿਸ਼ਾਲ ਹੋਣੀ ਚਾਹੀਦੀ ਹੈ, ਕਿਉਂਕਿ ਕੀਰਤਨ ਦੁਆਰਾ ਜਿਹੜਾ ਮਨੁੱਖ ਦਾ ਸਰਵਣ ਹੈ ਉਹਦੇ ਵਿੱਚ ਗੁਰੂ ਸ਼ਬਦ ਦਾ ਪ੍ਰਕਾਸ਼ ਖੁੱਲ੍ਹਦਾ ਹੈ। ਇਸ ਕਰਕੇ ਜਦੋਂ ਮਨੁੱਖ ਕੀਰਤਨ ਦੇ ਵਿੱਚ ਆਪਣੀ ਸੁਰਤ ਇਕਾਗਰਤਾ ਕਰਕੇ ਗੁਰੂ ਸ਼ਬਦ ਦੇ ਸਾਗਰ ਦੇ ਵਿੱਚ ਡੁਬਕੀ ਲਗਾਉਂਦਾ ਹੈ ਅਤੇ ਉਹਨੂੰ ਸ਼ਬਦ ਦੇ ਬੜੇ ਨਵੇਂ ਅਨੁਭਵ ਆਪਣੇ ਹਿਰਦੇ ਵਿੱਚ ਖੁੱਲ੍ਹਦੇ ਪ੍ਰਕਾਸ਼ ਹੁੰਦੇ ਪ੍ਰਤੀਤ ਹੁੰਦੇ ਹਨ ਅਤੇ ਆਪਣੇ ਸਾਹਿਬ ਦੇ ਨਾਲ ਉਹਦਾ ਨਿਤਾ ਪ੍ਰਤੀ ਨੇਹੋਂ ਪ੍ਰੀਤ ਵੱਧਦੀ ਹੈ, ਕਿਉਂਕਿ ਫਿਰ ਉਹਨੂੰ ਸਮਝ ਆਉਂਦੀ ਹੈ ਕਿ ਸਾਹਿਬ ਮੇਰਾ ਨੀਤ ਨਵਾਂ ਸਦਾ ਸਦਾ ਦਾ ਤਾਰ। ਫਿਰ ਉਹ ਕੀਰਤਨ ਵਿੱਚੋਂ ਵੀ ਜਿਹੜੀ ਦਾਤ ਰੂਪ ਬਖਸ਼ਿਸ਼ ਬਣਦੀ ਹੈ ਉਹਨੂੰ ਵੀ ਬੜੀ ਗਹਿਰਾਈ ਦੇ ਨਾਲ ਮਾਣਦਾ। ਸੋ ਆਪ ਜੀ ਬੜੇ ਸੁਭਾਗਸ਼ਾਲੀ ਹੋ, ਸਤਿਗੁਰੂ ਕੀ ਕਿਰਪਾ ਸਦਕਾ ਜਿੱਥੇ ਕੀਰਤਨ ਦੁਆਰਾ ਆਪਣੇ ਮਨ ਰੂਪ ਖੇਤ ਨੂੰ ਨਾਮ ਰਸ ਦੇ ਨਾਲ ਸਿੰਜਦੇ ਹੋ, ਉੱਥੇ ਸਤਿਗੁਰੂ ਕੀ ਬਾਣੀ ਕੀ ਵਿਚਾਰ ਰੂਪ ਦੇ ਨਾਲ ਗਿਆਨ ਦੇ ਬ੍ਰਿਸ਼ ਪੈਦਾ ਕਰਨ ਦਾ ਸ਼ੁਭ ਉਦਮ ਵੀ ਕਰਦੇ ਹੋ। ਸਤਿਗੁਰੂ ਕੀ ਕਿਰਪਾ ਸਦਕਾ ਆਪ ਜੀ ਭਗਤ ਸਿਰਮੌਰ ਭਗਤ ਕਬੀਰ ਸਾਹਿਬ ਜੀ ਤਿਨਾਂ ਦੀ ਪਾਵਨ ਮੁਬਾਰਕ ਰਸਨਾ ਤੋਂ ਉਚਾਰਨ ਹੋਏ ਸ਼ਲੋਕਾਂ ਦੀ ਲੜੀਵਾਰ ਵਿਆਖਿਆ ਸ਼ਰਵਣ ਕਰਕੇ ਗੁਰੂ ਬਖਸ਼ਿਸ਼ ਦੇ ਪਾਤਰ ਬਣ ਰਹੇ ਹੋ ਜੀ। ਪਾਵਨ ਬਾਣੀ ਦੀ ਲੜੀਵਾਰ ਵਿਆਖਿਆ ਦੇ ਨਾਲ ਵਿਚਾਰ ਰੂਪ ਦੇ ਵਿੱਚ ਜੁੜਨ ਦਾ ਯਤਨ ਕਰੀਏ ਜੀ। ਵਿਚਾਰ ਪ੍ਰਾਰੰਭ ਕਰਨ ਤੋਂ ਪਹਿਲਾਂ ਬੜੇ ਅਦਬ ਸਹਿਤ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਕਬੀਰ ਸੰਗਤ ਸਾਧ ਕੀ ਦਿਨ ਦਿਨ ਦੂਨਾ ਹੇਤ। ਲੜੀਵਾਰ ਸ਼ਲੋਕਾਂ ਦੇ ਅੰਤਰਗਤ ਭਗਤ ਕਬੀਰ ਸਾਹਿਬ ਜੀ ਨੇ ਇਸ ਤੋਂ ਪਹਿਲਾਂ ਸ਼ਲੋਕਾਂ ਦੇ ਵਿੱਚ ਬਖਸ਼ਿਸ਼ ਕਰਕੇ ਨਵਾਜ਼ਿਸ਼ ਕੀਤੀ ਸੀ ਕਿ ਧਾਰਮਿਕ ਸ਼੍ਰੇਣੀ ਦੇ ਉਹ ਲੋਕ ਜਿਹੜੇ ਦੂਜੇ ਨੂੰ ਪ੍ਰਬੋਧਨ ਦਾ, ਦੂਜੇ ਨੂੰ ਉਪਦੇਸ਼ਣ ਦਾ ਕਾਰਜ ਕਰਦੇ ਨੇ ਪਰ ਖੁਦ ਉਸ ਉਪਦੇਸ਼ ਦੇ ਅਮਲ ਵਿੱਚ ਨਹੀਂ ਹਨ, ਜਾਂ ਖੁਦ ਉਸ ਉਪਦੇਸ਼ ਦੇ ਅਨੁਭਵ ਵਿੱਚ ਨਹੀਂ ਹਨ, ਜਾਂ ਖੁਦ ਉਸ ਉਪਦੇਸ਼ ਦਾ ਕੋਈ ਪਰਮ ਰਸ ਰੰਗ ਨਹੀਂ ਮਾਣ ਰਹੇ ਹਨ, ਤਾਂ ਉਹਨਾਂ ਦਾ ਪ੍ਰਬੋਧਨਾ ਜਿਹੜਾ ਹੈ ਉਹ ਦੂਜੇ ਲਈ ਤਾਂ ਲਾਭਦਾਇਕ ਸਿੱਧ ਹੋ ਸਕਦਾ ਹੈ, ਪਰ ਉਹ ਦੂਜਾ ਉਹਨਾਂ ਦੇ ਬਚਨਾਂ ਤੋਂ, ਉਹਨਾਂ ਦੇ ਅਨੁਭਵਾਂ ਤੋਂ ਲਾਭ ਉਠਾ ਲਏਗਾ, ਪਰ ਉਹ ਆਪਣੇ ਜੀਵਨ ਦੀ ਅਸਲ ਰਾਸ ਨੂੰ ਉਪਦੇਸ਼ਣ ਦੀ ਬਿਰਤੀ ਦੇ ਤਹਿਤ ਗਵਾ ਲੈਣਗੇ। ਇਸ ਕਰਕੇ ਮਨੁੱਖ ਨੂੰ ਸੁਚੇਤ ਜਗ ਹੋਣ ਦਾ ਉਪਦੇਸ਼ ਬਖਸ਼ਿਸ਼ ਕਰਦੇ ਹਨ। ਇਸੇ ਪ੍ਰਕਾਰ ਹੀ ਜੇ ਜੀਵਨ ਦੇ ਵਿੱਚ ਉੱਤਮ ਸੰਗਤ ਦੀ ਪ੍ਰਾਪਤੀ ਦੇ ਲਈ ਕੁਝ ਬਾਹਰੀ ਤੌਰ 'ਤੇ ਰਹਿਣ ਸਹਿਣ ਦੀਆਂ ਮੁਸ਼ਕਲਾਂ ਆਦਿਕ ਵੀ ਮਨੁੱਖ ਨੂੰ ਝੱਲਣੀਆਂ ਪੈਣ ਤਾਂ ਭਗਤ ਸਾਹਿਬ ਜੀ ਕਹਿੰਦੇ ਉੱਤਮ ਹਨ, ਕਿਉਂਕਿ ਉਹਨਾਂ ਥੋੜ੍ਹੀਆਂ ਜਿਹੜੀਆਂ ਔਕੜਾਂ ਹਨ ਉਹਦੇ ਬਜਾਏ ਜਿਹੜਾ ਸਾਧ ਪੁਰਖ ਦਾ ਸੁਹਾਵਣਾ ਸੰਗ ਹੈ ਪ੍ਰਾਪਤ ਹੋ ਜਾਣਾ, ਜਿਹਦੇ ਨਾਲ ਮੁੜ ਕੇ ਸਾਰਾ ਹੀ ਜੀਵਨ ਬੜੀ ਉੱਚੀ ਸੁੱਚੀ ਅਵਸਥਾ ਵਾਲਾ, ਬੜੇ ਪਾਕ ਕਰਮਾਂ ਵਾਲਾ ਬਣ ਜਾਣਾ ਹੈ। ਇਸ ਕਰਕੇ ਜੇ ਸਾਧ ਪੁਰਖ ਦੀ ਸੰਗਤ ਮਾਨਣ ਦੇ ਲਈ ਕੁਝ ਜੀਵਨ ਦਾ ਬਾਹਰੀ ਤਿਆਗ, ਬਾਹਰੀ ਕੁਝ ਵਿਘਨਾਂ ਦਾ ਸਾਹਮਣਾ ਵੀ ਕਰਨਾ ਪਵੇ ਤਾਂ ਉਸ ਤੋਂ ਘਬਰਾਉਣਾ ਨਹੀਂ ਚਾਹੀਦਾ, ਕਿਉਂਕਿ ਸਾਕਤ
ਸਾਧ ਪੁਰਖ ਦਾ ਸੰਗ ਟਿਕਾ ਦਿੰਦਾ ਹੈ, ਪਰ ਸਾਕਤ ਪੁਰਖ ਦਾ ਸੰਗ ਜਿਹੜਾ ਮਨੁੱਖ ਨੂੰ ਭਟਕਣ ਦੇ ਵਿੱਚ ਪਾ ਦਿੰਦਾ। ਇਸ ਕਰਕੇ ਸਾਧ ਦਾ ਸੰਗ ਉੱਤਮ ਹੈ। ਇਸੇ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਬਖਸ਼ਿਸ਼ ਕਰਦੇ ਹਨ। ਕਬੀਰ ਸੰਗਤ ਸਾਧ ਕੀ ਦਿਨ ਦਿਨ ਦੂਨਾ ਹੇਤ। ਭਗਤ ਕਬੀਰ ਸਾਹਿਬ ਜੀ ਬਖਸ਼ਿਸ਼ ਕਰਦੇ ਹਨ, ਕਬੀਰ ਸੰਗਤ ਸਾਧ ਕੀ। ਮਨੁੱਖ ਆਪਣੇ ਜੀਵਨ ਦੇ ਵਿੱਚ ਜੇ ਅਸੀਂ ਦੁਨਿਆਵੀ ਨੁਕਤੇ ਤੋਂ ਵਾਚੀਏ, ਅਸੀਂ ਬਹੁਤ ਸਾਰੀਆਂ ਜੀਵਨ ਦੇ ਵਿੱਚ ਆਪਣੇ ਜੀਵਨ ਦੇ ਸੰਸਾਰਕ ਪੱਖ ਨੂੰ ਬਹੁਤ ਢੰਗ ਨਾਲ ਸਮਝ ਲੈਂਦੇ ਹਾਂ ਔਰ ਅਪਣਾ ਵੀ ਲੈਂਦੇ ਹਾਂ। ਪਰ ਇਹੀ ਪੱਖ ਜਦੋਂ ਸਾਨੂੰ ਅਧਿਆਤਮ ਦੇ ਖੇਤਰ ਵਿੱਚ ਪ੍ਰਯੋਗ ਕਰਨਾ ਪੈਂਦਾ ਹੈ, ਉਸ ਵਕਤ ਸਾਡੀ ਬੁੱਧੀ ਦੇ ਆਯਾਮ ਉਵੇਂ ਨਹੀਂ ਖੁੱਲ੍ਹਦੇ ਜਿਵੇਂ ਦੁਨਿਆਵੀ ਤੌਰ 'ਤੇ ਖੁੱਲ੍ਹਦੇ ਨੇ। ਘਰ ਦੇ ਵਿੱਚ ਮਾਤਾ ਪਿਤਾ ਪੜ੍ਹੇ ਲਿਖੇ ਵੀ ਹਨ, ਪਰ ਫਿਰ ਵੀ ਬੱਚੇ ਨੂੰ ਸਕੂਲ ਵਿਦਿਆਲੇ ਦੇ ਵਿੱਚ ਭੇਜਿਆ ਜਾਂਦਾ ਹੈ ਕਿ ਬਾਕਾਇਦਾ ਉੱਥੇ ਇੱਕ ਨਿਸ਼ਚਿਤ ਪ੍ਰਬੰਧ ਦੇ ਵਿੱਚ ਤਾਲੀਮ ਹਾਸਲ ਕਰੇ, ਤਾਂ ਕਿ ਇੱਕ ਸਮੇਂ 'ਤੇ ਜਾ ਕੇ ਇਹਦੀ ਚੰਗੇ ਵਿਦਿਆਵਾਨ ਵਜੋਂ ਕਾਢਤ ਹੋ ਸਕੇ। ਇਹ ਯਤਨ ਕਰਦੇ ਹਾਂ, ਅਕਸਰ ਸਾਰੇ ਕਰਦੇ ਨੇ, ਸਮਾਜ ਦਾ ਐਸਾ ਪ੍ਰਬੰਧ ਹੈ। ਇਸੇ ਪ੍ਰਕਾਰ ਜਦੋਂ ਮਨੁੱਖ ਨੇ ਅਧਿਆਤਮੀ ਹੋਣਾ ਹੈ, ਹੁਣ ਉਦਾਹਰਨ ਦੇ ਤੌਰ 'ਤੇ ਦੁਨੀਆ ਦਾ ਕੋਈ ਵਿਦਿਆਲਾ ਨਹੀਂ ਹੈ ਜਿਹੜਾ ਸਾਧ ਹੋਣ ਦੇ ਸੂਤਰ ਸਮਝਾਵੇ, ਜਿਹੜਾ ਸੰਤ ਦੀ ਅਵਸਥਾ ਦਾ ਬਿਆਨ ਕਰੇ, ਜਿਹੜਾ ਸਾਨੂੰ ਗੁਰਮੁਖ ਹੋਣ ਦੀ ਜਿਹੜੀ ਜੀਵਨ ਜੁਗਤ ਹੈ ਜਾਂ ਗੁਰਮੁਖ ਹੋਣ ਦੀ ਕਿਤਨੀ ਗਹਿਰੀ ਸਾਧਨਾ ਹੈ ਉਹ ਸਮਝਾਵੇ। ਦੁਨੀਆ ਦਾ ਕੋਈ ਐਸਾ ਵਿਦਿਆਲਾ ਨਹੀਂ ਹੈ। ਫਿਰ ਉਹ ਵਿਦਿਆਲਾ ਜਿਹੜਾ ਬਚਦਾ ਹੈ ਉਹ ਹੈ ਗੁਰੂਦੁਆਰ। ਫਿਰ ਗੁਰੂਦੁਆਰ ਆ ਕੇ ਮਨੁੱਖ ਨੇ ਹੁਣ ਗੁਰੂ ਕੇ ਉਪਦੇਸ਼ ਗ੍ਰਹਿਣ ਕਰ ਲਏ, ਵਿਚਾਰ ਦੁਆਰਾ, ਕੀਰਤਨ ਦੁਆਰਾ ਗੁਰੂ ਕੀ ਮੱਤ ਨੂੰ ਗ੍ਰਹਿਣ ਕਰ ਲਿਆ। ਹੁਣ ਉਹ ਮੱਤ ਕਿਉਂਕਿ ਬੁੱਧੀ ਦੇ ਵਿੱਚ ਹੈ, ਅਜੇ ਕਰਮ ਵਿੱਚ ਨਹੀਂ ਗਈ, ਹੋ ਸਕਦਾ ਉਹ ਮੱਤ ਦੇ ਭਾਵ ਵਿਸਰ ਜਾਣ ਅਤੇ ਮਨੁੱਖ ਗੁਰੂ ਦੇ ਉਪਦੇਸ਼ ਦੀ ਸਾਰ ਨੂੰ ਛੱਡ ਪਵੇ। ਜੇ ਅਸੀਂ ਕਿੰਨਾ ਕੁਝ ਸੁਣਦੇ, ਜ਼ਰੂਰ ਸਾਰਾ ਕੁਝ ਯਾਦ ਤਾਂ ਨਹੀਂ ਰਹਿੰਦਾ ਕਿਉਂਕਿ ਬੁੱਧੀ ਦੇ ਤਲ 'ਤੇ ਸੁਣਿਆ। ਫਿਰ ਹੁੰਦਾ ਕੀ ਹੈ ਕਿ ਉਹ ਸੁਣਿਆ ਸਾਡੇ ਜੀਵਨ ਦਾ ਕਰਮ ਬਣ ਜਾਏ, ਅਤੇ ਇਸ ਕਰਕੇ ਜਿੰਨੇ ਉਹਨੂੰ ਸੁਣ ਕੇ ਕਮਾਇਆ ਹੈ ਉਹਦੀ ਸੰਗਤ ਦੇ ਵਿੱਚ ਉਹਦੇ ਨਿਕਟ ਰਹੀਏ, ਤਾਂ ਕਿ ਸਾਨੂੰ ਪਤਾ ਲੱਗ ਜਾਏ ਕਿ ਜੀਵਨ ਦੇ ਵਿੱਚ ਇਹਨੇ ਇਸ ਗੱਲ ਨੂੰ ਕਮਾਇਆ ਅਤੇ ਇਹਦੇ ਜੀਵਨ ਦੀ ਜਿਹੜੀ ਵਡਿਆਈ ਬੜੀ ਉੱਚੀ ਹੋ ਗਈ, ਇਹਦਾ ਜੀਵਨ ਬੜਾ ਨਿਰਮਲ ਹੋ ਗਿਆ। ਤਾਂ ਕਰਕੇ ਸਾਧ ਪੁਰਖਾਂ ਦੀ ਸੰਗਤ ਦੇ ਉੱਪਰ ਜ਼ੋਰ ਹੈ। ਇਸੇ ਪ੍ਰਕਾਰ ਹੁਣ ਤਾਲੀਮ ਤਾਂ ਘਰੇ ਵੀ ਦੇ ਸਕਦੇ ਨੇ ਮਾਤਾ ਪਿਤਾ, ਪਰ ਇੱਕ ਨਿਸ਼ਚਿਤ ਵਿਧਾਨ ਦੇਣਾ ਉਹਨੂੰ ਤਾਂ ਕਿ ਉਹ ਠੀਕ ਤਰੀਕੇ ਨਾਲ ਗ੍ਰਹਿਣ ਕਰ ਸਕੇ। ਇਸੇ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਕਹਿੰਦੇ ਅਧਿਆਤਮ ਵਿੱਚ ਵਿਕਾਸ ਕਰਨਾ ਹੈ ਅਤੇ ਉੱਤਮ ਪੁਰਖਾਂ ਦੀ ਸੰਗਤ ਕੀਤੀ ਜਾਵੇ। ਤਾਂ ਉੱਤਮ ਪੁਰਖਾਂ ਦੀ ਸੰਗਤ ਜੇ ਅੱਜ ਕੱਲ੍ਹ ਮਨੁੱਖ ਕੋਲੋਂ ਬੜੇ ਐਸੇ ਹਵਾਲੇ ਨੇ ਹਰ ਗੱਲ ਤੋਂ ਇਨਕਾਰੀ ਹੋਣ ਦੇ, ਕਹਿ ਦੇਣਗੇ ਜੀ ਬਹੁਤ ਪਾਖੰਡ ਪਸਰਿਆ ਹੋਇਆ ਆਲੇ ਦੁਆਲੇ ਦੇ ਵਿੱਚ, ਕਿਹਦੇ ਨਿਕਟ ਬੈਠੀਏ, ਕਿਹਦੇ ਨਾਲ ਗੁਰਮਤਿ ਵਿਚਾਰਾਂ ਦੀ ਜਾਂ ਗੁਰੂ ਸ਼ਬਦ ਦੇ ਅਨੁਭਵ ਨੂੰ ਜਾਣਨ ਦੀ ਸਾਂਝ ਕਰੀਏ। ਤਾਂ ਪਹਿਲਾਂ ਤਾਂ ਇਹ ਹੈ ਕਿ ਗੁਰੂ ਹੀ, ਜਦੋਂ ਦੇਖੋ ਸਾਨੂੰ ਗੁਰੂ ਸਾਹਿਬਾਨਾਂ ਦੇ ਜੀਵਨ 'ਚ ਇੱਕ ਬੜਾ ਵੱਡਾ ਕਮਾਲ ਪਿਆ। ਜਦੋਂ ਗੁਰੂ ਸਾਹਿਬਾਨਾਂ ਨੇ ਸਿੱਖ ਦੇ ਜੀਵਨ ਨੂੰ ਉੱਚਾ ਚੁੱਕਣਾ ਸੀ ਜਾਂ ਉੱਚਾ ਚੁੱਕਣ ਦੀ ਕਿਰਪਾ ਕਰਦੇ ਨੇ, ਉਦੋਂ ਗੁਰੂ ਹੀ ਸਾਡੇ ਲਈ ਸਾਧ ਰੂਪ ਹੋ ਜਾਂਦਾ ਹੈ, ਉਦੋਂ ਗੁਰੂ ਹੀ ਸਾਡੇ ਲਈ ਸੰਤ ਰੂਪ ਹੋ ਜਾਂਦਾ ਹੈ ਗੁਰੂ ਦੀ ਸਰਮੌਰਤਾ। ਜਿਵੇਂ ਆਪਣੀ ਜ਼ਿੰਦਗੀ 'ਚ ਅਸੀਂ ਅਨੇਕਾਂ ਭੂਮਿਕਾਵਾਂ ਨਿਭਾਉਂਦੇ ਹਾਂ, ਇਸੇ ਤਰ੍ਹਾਂ ਗੁਰੂ ਕੇ ਅਨੰਤ ਰੂਪ ਹਨ। 52 ਅੱਖਰੀ ਬਾਣੀ ਪੜ੍ਹੋ, ਉਸ ਬਾਣੀ ਦੇ ਸਾਰੇ ਪਹਿਲੇ ਭਾਵ ਨੂੰ ਗੁਰਦੇਵ ਮਾਤਾ, ਗੁਰਦੇਵ ਪਿਤਾ, ਗੁਰਦੇਵ ਸੁਆਮੀ ਪਰਮੇਸ਼ਰਾ, ਇਸ ਜਾ ਕੇ ਇੱਕ ਪੱਧਰ 'ਤੇ ਗੁਰੂ ਸਿੱਖ ਦੇ ਜੀਵਨ ਨੂੰ ਉਭਾਰਨ ਦੇ ਲਈ ਸਾਧ ਰੂਪ ਵੀ ਹੋ ਜਾਂਦਾ। ਤਾਂ ਗੁਰੂ ਸਾਹਿਬ ਜੀ, ਭਗਤ ਕਬੀਰ ਸਾਹਿਬ ਜੀ ਕਹਿੰਦੇ ਕਬੀਰ ਸੰਗਤ ਸਾਧ ਕੀ। ਹੁਣ ਜੀਵਨ ਦੇ ਵਿੱਚ ਹਰੇਕ ਮਨੁੱਖ ਨੇ ਇਸ ਗੱਲ ਨੂੰ ਬੜੀ ਸ਼ਿੱਦਤ ਦੇ ਨਾਲ, ਬੜੇ ਸਪਸ਼ਟ ਢੰਗ ਦੇ ਨਾਲ ਮਹਿਸੂਸ ਕੀਤਾ ਹੋਵੇਗਾ ਕਿ ਜਦੋਂ ਸਕਾਰਾਤਮਕ ਭਾਵ ਸ਼ੁਭ ਗੁਣਾਂ ਵੱਲ ਕਦਮ ਆਪਣੇ ਮਨੁੱਖ 'ਚ ਪੁੱਟਦਾ ਹੈ, ਬੜੇ ਕਦਮ ਪੁੱਟਣ ਤੋਂ ਬਾਅਦ ਥੋੜ੍ਹਾ ਜਿਹਾ ਹੀ ਉਹਨੂੰ ਪ੍ਰਭਾਵ ਪ੍ਰਾਪਤ ਹੁੰਦਾ ਹੈ। ਮਤਲਬ ਇਹਨੂੰ ਸਤ ਸੰਗਤ ਦੇ ਨੁਕਤੇ ਤੋਂ ਕਹਿਣਾ ਹੋਵੇ, ਸਾਲ 2 ਸਾਲ ਕੀਤੀ ਹੈ, ਫਿਰ ਜਾ ਕੇ ਕੁਝ ਹਿਰਦੇ ਦੀ ਇਕਾਗਰਤਾ, ਮਨ ਦਾ ਟਿਕਾ, ਕੋਈ ਸੁਰਤ ਦੀ ਲਿਵਲੀਨਤਾ ਬਣਨੀ ਸ਼ੁਰੂ ਹੋਈ ਹੈ। ਇਹੋ ਜਿਹਾ ਜਿਹੜਾ ਸਕਾਰਾਤਮਕ ਭਾਵ ਹੈ, ਜਿਹੜਾ ਸਾਨੂੰ ਅੱਗੇ ਲਿਜਾਏਗਾ, ਇਹ ਬਹੁਤ ਸਾਰੀ ਸਾਧਨਾ ਤੋਂ ਬਾਅਦ ਥੋੜ੍ਹਾ ਜਿਹਾ ਬਣਦਾ ਹੈ। ਪਰ ਜਿਹੜਾ ਨਕਾਰਾਤਮਕ ਪ੍ਰਭਾਵ ਹੈ ਉਹ ਬਹੁਤ ਜਲਦੀ ਬਣਦਾ ਹੈ, ਬੜੀ ਜਲਦੀ ਮਨ ਉਹਦੇ ਨਾਲ ਜੁੜ ਜਾਂਦਾ ਹੈ, ਸੁਰਤ ਬੜੀ ਜਲਦੀ ਉਸ ਗੱਲ ਨੂੰ ਕੈਚ ਕਰ ਲੈਂਦੀ ਹੈ। ਹੁਣ ਸ਼ਬਦ ਦੀ ਗੱਲ ਯਾਦ ਨਹੀਂ ਰਹਿੰਦੀ, ਪਰ ਅਖਬਾਰ ਸਾਰੀ ਪੜ੍ਹੀ ਮਨੁੱਖ ਨੂੰ ਯਾਦ ਰਹਿ ਜਾਂਦੀ ਹੈ। ਕਿਉਂ? ਕਿਉਂਕਿ ਤਾਲਮੇਲ ਬਣ ਰਿਹਾ ਹੈ।
ਜਿੰਨਾ ਚਿਰ ਮਨੁੱਖ ਦਾ ਤਾਲਮੇਲ ਨਹੀਂ ਕਿਸੇ ਚੀਜ਼ ਨਾਲ ਬਣਦਾ ਉਹਨਾਂ ਚਿਰ ਰਸ ਨਹੀਂ ਬਣ ਸਕਦਾ। ਜਿੰਨਾ ਚਿਰ ਰਸ ਨਹੀਂ ਬਣੇਗਾ ਉਹਨਾਂ ਚਿਰ ਉਹ ਜਿਹੜੀ ਸੁਣੀ ਗ੍ਰਹਿਣ ਕੀਤੀ ਮਾਣੀ ਹੋਈ ਚੀਜ਼ ਮਨੁੱਖ ਦੇ ਜੀਵਨ 'ਚ ਪਰਿਵਰਤਨ ਨਹੀਂ ਲਿਆ ਸਕੇਗੀ। ਇਸੇ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਕਹਿੰਦੇ ਕਬੀਰ ਸੰਗਤ ਸਾਧ ਕੀ। ਹੁਣ ਜੀਵਨ ਦੇ ਵਿੱਚ ਸ਼ੁਭ ਗੁਣਾਂ ਵੱਲ ਧਾਵਣਾ ਹੈ ਅਤੇ ਸਾਧ ਦੀ ਸੰਗਤ ਦੇ ਵਿੱਚ ਪਏ ਹੋਈਏ ਤਾਂ ਉਹਦਾ ਫਰਕ ਕੀ ਪੈਂਦਾ ਹੈ। ਤੁਲਨਾ ਕਰਕੇ ਵੀ ਸਾਨੂੰ ਦੱਸ ਰਹੇ ਹਨ, ਸਮਝਾ ਰਹੇ ਹਨ, ਕਿਉਂਕਿ ਪਹਿਲੇ ਸ਼ਲੋਕ ਵਿੱਚ ਸੀ ਸਾਕਤ ਸੰਗ ਨਾ ਜਾਓ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਦਿਨ ਦਿਨ ਦੂਨਾ ਹੇਤ। ਅੱਜ ਉੱਤਮ ਪੁਰਖਾਂ ਦੀ ਸੰਗਤ ਵਿੱਚ ਬੈਠਾ ਹੈ, ਜ਼ਰੂਰੀ ਨਹੀਂ ਅੱਜ ਤੈਨੂੰ ਰੰਗ ਲੱਗ ਜਾਏ। ਇਸੇ ਪ੍ਰਕਾਰ ਪਰ ਅਗਰ ਤੇਰੀ ਭਾਵਨਾ ਸੁਹਿਰਦ ਰਹੀ, ਤੇਰਾ ਯਤਨ ਨਿਰੰਤਰ ਰਿਹਾ ਅਤੇ ਤੇਰੇ ਅੰਦਰ ਦੀ ਕੋਈ ਇੱਕ ਖਾਸ ਤਰ੍ਹਾਂ ਦਾ ਚਾਅ ਬਣਿਆ ਰਿਹਾ ਜਿਹੜਾ ਇਹ ਗੱਲ ਸਮਝਦਾ ਹੈ ਕਿ ਉੱਤਮ ਸੰਗਤ ਉੱਤਮ ਹੋਵੇ, ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਦਿਨ ਦਿਨ ਦੂਨਾ ਹੇਤ। ਭਗਤ ਕਬੀਰ ਸਾਹਿਬ ਜੀ ਦੀ ਬਾਣੀ ਪੜ੍ਹੀਏ ਤਾਂ ਉਹਦੇ ਵਿੱਚ ਜ਼ਿਕਰ ਆਉਂਦਾ ਹੈ ਚੰਦਨ ਕੈ ਸੰਗ ਤਾਂਬਾ ਬਿਗਰਿਓ ਸੋ ਤਾਂਬਾ ਕੰਚਨ ਹੋਏ ਨਿਬਰਿਓ। ਉਹਦੇ ਵਿੱਚ ਹੀ ਜ਼ਿਕਰ ਆਉਂਦਾ ਸੰਤਨ ਸੰਗ ਕਬੀਰਾ ਬਿਗਰਿਓ ਸੋ ਕਬੀਰ ਰਾਮੈ ਹੋਏ ਨਿਬਰਿਓ। ਹੁਣ ਕਦੇ ਆਪ ਜੀ ਭਗਤ ਸਾਹਿਬਾਨਾਂ ਦਾ ਜੀਵਨ ਪੜ੍ਹੋ, ਗੁਰੂ ਸਾਹਿਬਾਨਾਂ ਦਾ ਜੀਵਨ ਪੜ੍ਹਦੇ ਹੋ ਤਾਂ ਭਗਤ ਕਬੀਰ ਸਾਹਿਬ ਜੀ ਦੀ ਜਨਮ ਸਾਖੀ ਦੇ ਵਿੱਚ ਜ਼ਿਕਰ ਮਿਲਦਾ ਹੈ ਕਿ ਉਹ ਬਨਾਰਸ ਵਿਖੇ ਰਹਿੰਦੇ ਸਨ। ਹੁਣ ਆਪ ਜੀ ਜਾਣਦੇ ਹੋ ਬਨਾਰਸ ਅੱਜ ਵੀ ਉਸ ਵਕਤ ਵੀ ਸਨਾਤਨ ਮਤ ਦੀ ਜਿਹੜੀ ਧਾਰਮਿਕ ਸੀ ਸਾਰੀ ਅਭਿਆਸ ਉਹਦਾ ਪ੍ਰਮੁੱਖ ਕੇਂਦਰ ਸੀ। ਬਹੁਤ ਵੱਡੇ ਉੱਥੇ ਵਿਦਵਾਨ ਪੰਡਿਤ ਗਿਆਨੀ ਲੋਕ ਆ ਕੇ ਧਰਮ ਦੀ ਚਰਚਾ ਕਰਿਆ ਕਰਦੇ ਸਨ। ਤਾਂ ਬਚਪਨ ਤੋਂ ਹੁਣ ਕੁਝ ਐਸੇ ਹਨ ਜਿਹੜੇ ਕੇਵਲ ਆਪਣੇ ਹੰਕਾਰ ਦੇ ਲਈ ਚਰਚਾ ਕਰਦੇ ਨੇ, ਪਰ ਕੁਝ ਐਸੇ ਅਨੁਭਵੀ ਹਨ ਜਿਹੜੇ ਵਾਕਿਆ ਹੀ ਉੱਤਮ ਭਾਵ ਵਾਲੀ ਚਰਚਾ ਕਰਦੇ ਹਨ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਸੰਤਨ ਸੰਗ ਕਬੀਰਾ ਬਿਗਰਿਓ। ਹੁਣ ਰੋਜ਼ਾਨਾ ਸੰਤਾਂ ਦੀ ਸੰਗਤ ਵਿੱਚ ਰਿਹਾ, ਉਹਨਾਂ ਦੇ ਉਪਦੇਸ਼ ਸੁਣ ਸੁਣ ਕੇ ਆਪਣੇ ਮਨ ਦੀ ਸਾਧਨਾ ਨੂੰ ਸਮਝਿਆ, ਉਹਨਾਂ ਦੇ ਅਨੁਭਵ ਨੂੰ ਜਾਣ ਜਾਣ ਕੇ ਸੋਚਿਆ ਕਿ ਜਿਸ ਅਨੁਭਵ ਨੂੰ ਪਾ ਕੇ ਇਹ ਇੰਨੇ ਸੁਖੀ ਹੋ ਗਏ ਨੇ, ਜੇ ਅਨੁਭਵ ਮੇਰੇ ਜੀਵਨ 'ਚ ਵੀ ਪ੍ਰਗਟ ਹੋ ਜਾਵੇ ਤਾਂ ਮੈਂ ਕਿਤਨਾ ਸੁਖੀ ਹੋ ਜਾਵਾਂਗਾ। ਕਹਿੰਦੇ ਇਸੇ ਪ੍ਰਕਾਰ ਉਹਨਾਂ ਦੇ ਸੰਗ ਲੱਗਣ ਦੇ ਨਾਲ ਆਖਰ ਜੀਵਨ ਦੇ ਵਿੱਚ ਇੰਨਾ ਪਰਿਵਰਤਨ ਹੋ ਗਿਆ ਕਿ ਹੁਣ ਭਗਤ ਕਬੀਰ ਸਾਹਿਬ ਜੀ ਕਹਿੰਦੇ ਮੈਂ ਕਬੀਰ ਨਹੀਂ ਰਿਹਾ, ਰਾਮੈ ਹੋਏ ਨਿਬਰਿਓ, ਰਾਮ ਸਰੂਪ ਹੀ ਹੋ ਗਿਆ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਕਬੀਰ ਸੰਗਤ ਸਾਧ ਕੀ ਦਿਨ ਦਿਨ ਦੂਨਾ ਹੇਤ। ਕਹਿੰਦੇ ਜਿਹੜੀ ਸਾਧ ਦੀ ਸੰਗਤ ਹੈ ਇਹ ਪ੍ਰੇਮ ਪੈਦਾ ਕਰਦੀ ਹੈ। ਅੱਜ ਮਨੁੱਖ ਗੁਰੂਦੁਆਰ ਵੀ ਜਾਂਦਾ ਹੈ, ਧਾਰਮਿਕ ਥਾਵਾਂ ਦੀ ਯਾਤਰਾ ਵੀ ਕਰਦਾ ਹੈ, ਸੇਵਾ ਦਾ ਕਰਮ ਵੀ ਕਰਦਾ ਹੈ, ਪਰ ਉਹ ਜਿਹੜੀ ਭਾਵਨਾ ਦਾ ਸਰੂਪ ਉਹਦੇ ਅੰਦਰ ਬਣਨਾ ਹੁੰਦਾ ਹੈ ਉਹ ਕਿਸੇ ਉੱਤਮ ਪੁਰਖ ਦੀ ਸੰਗਤ ਨਾਲ ਹੀ ਬਣਦਾ ਹੈ। ਇਸੇ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਕਹਿੰਦੇ ਕਿ ਕਬੀਰ ਸੰਗਤ ਸਾਧ ਕੀ, ਸਾਧ ਪੁਰਖ ਦੀ ਸੰਗਤ ਤੁਹਾਡੇ ਜੀਵਨ 'ਚ ਦਿਨ ਦਿਨ ਦੂਨਾ ਹੇਤ, ਰੋਜ਼ਾਨਾ ਰੋਜ਼ਾਨਾ ਤੁਹਾਡੇ ਜੀਵਨ ਨੂੰ ਉਚਾਈ ਵੱਲ ਜਾਂਦੀ ਹੈ। ਅਤੇ ਕਹਿੰਦੇ ਪਰ ਦੂਜੇ ਤਰਫ ਸਾਕਤ ਕਾਰੀ ਕਾਂਬਰੀ ਧੋਏ ਹੋਏ ਨਾ ਸੇਤ। ਕਹਿੰਦੇ ਪਰ ਦੂਜੇ ਪਾਸੇ ਜਿਹੜਾ ਸਾਕਤ ਪੁਰਸ਼ ਹੈ, ਜਿਹੜਾ ਮਨਮੁਖੀ ਬਿਰਤੀਆਂ ਵਾਲਾ ਹੈ, ਜਿਹੜਾ ਵਿਕਾਰਾਂ ਦੇ ਮਗਰ ਭੱਜਣ ਵਾਲਾ ਸ਼ਕਤੀ ਦਾ ਉਪਾਸ਼ਕ ਹੈ ਅਤੇ ਹਰ ਵੇਲੇ ਬੇਮੁਖਤਾਈ ਦੇ ਭਾਵ ਵਿੱਚ ਰਹਿ ਕੇ ਆਪਣੇ ਜੀਵਨ ਦੀ ਬਾਹਰਮੁਖਤਾ ਦਾ ਗੁਲਾਮ ਹੈ, ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਉਹਦਾ ਜੀਵਨ ਕਾਲੀ ਕੰਬਲੀ ਵਰਗਾ ਹੈ। ਭਾਵੇਂ ਕਾਲੀ ਕੰਬਲੀ 100 ਵਰਸ਼ ਤੱਕ ਧੋਂਦੇ ਰਹੀਏ, ਭਗਤ ਕਬੀਰ ਸਾਹਿਬ ਜੀ ਕਹਿੰਦੇ ਧੋਏ ਹੋਏ ਨਾ ਸੇਤ, ਪਰ ਉਹ ਧੋਣ ਦੇ ਬਾਵਜੂਦ ਵੀ ਚਿੱਟੀ ਹੋਣ ਵਾਲੀ ਨਹੀਂ ਹੈ। ਇਹਦਾ ਭਾਵ ਇਹ ਹੈ ਕਿ ਹੁਣ ਮਨੁੱਖ ਦੋ ਯਤਨ ਕਰ ਲਏ। ਇਸ ਅਵਸਥਾ ਦੇ ਪ੍ਰਤੀਕ ਭਾਵ ਨੇ ਵੈਸੇ ਅਸਲ ਦੇ ਵਿੱਚ, ਜੇ ਆਪਾਂ ਇਸ ਗੱਲ ਨੂੰ ਥੋੜ੍ਹਾ ਸਮਝੀਏ, ਕਿਉਂਕਿ ਅਸੀਂ ਗੁਰਬਾਣੀ ਦੀ ਕਾਵਿ ਸ਼ਾਸਤਰੀ ਨੁਕਤੇ ਤੋਂ ਵਿਆਖਿਆ ਨਹੀਂ ਕਰਦੇ, ਉਹ ਜ਼ਿਆਦਾ ਕਠਿਨ ਹੋ ਜਾਂਦੀ ਹੈ, ਮਨੁੱਖ ਨੂੰ ਨਹੀਂ ਸਮਝ ਆਉਂਦੀ ਪ੍ਰਤੀਪ ਬਿੰਬ ਅਲੰਕਾਰ ਕੀ ਹੈ। ਜਦੋਂ ਸਾਕਤ ਅਤੇ ਗੁਰੂ ਸਾਧ ਕਿਹਾ ਗੁਰੂ ਭਗਤ ਕਬੀਰ ਸਾਹਿਬ ਜੀ ਨੇ, ਉਹਦਾ ਭਾਵ ਇਹ ਹੈ, ਹੁਣ ਜਦੋਂ ਭਗਤ ਕਬੀਰ ਸਾਹਿਬ ਜੀ ਨੇ ਕਿਹਾ ਕਬੀਰ ਸਾਧੂ ਕੀ ਸੰਗਤ ਸਾਧ ਕੀ, ਉਹਦਾ ਭਾਵ ਹੈ ਕਿ ਮਨ ਦਾ ਜਿਹੜਾ ਹਿੱਸਾ ਤੇਰਾ ਗੁਰੂ ਦੇ ਸ਼ਬਦ ਨਾਲ ਜੁੜ ਗਿਆ ਹੈ ਉਹਨੂੰ ਜੋੜੀ ਰੱਖ। ਮਤਲਬ ਜਿਵੇਂ ਅੱਜ ਦਾ ਦਿਨ ਹੈ, ਜੋ ਵੀ ਤਰੀਕ ਹੈ ਅੱਜ ਦੇ ਦਿਨ ਵਿੱਚ ਤੂੰ ਮੰਨ ਲਾ ਜਾਂ ਕਿਸੇ ਧੱਕੇ ਦੇ ਨਾਲ ਜਾਂ ਆਪਣੀ ਸੁੱਤੇ ਸੱਦ ਪ੍ਰੇਰਣਾ ਦੇ ਨਾਲ ਜਾਂ ਗੁਰੂ ਕਿਰਪਾ ਦਾ ਭਾਵ ਸਮਝ ਕੇ ਤੂੰ ਸ਼ਬਦ ਦੀ ਵਿਚਾਰ ਨਾਲ ਤੇਰਾ ਮਨ ਜੁੜਿਆ, ਤੇਰੀ ਸੁਰਤ ਨੇ ਜੁੜਨ ਦਾ ਯਤਨ ਕੀਤਾ ਹੈ ਅਤੇ ਤੇਰੀ ਸੁਰਤ ਤੇਰਾ ਮਨ ਸਾਧਨਾ ਦੇ ਵਿੱਚ ਪਿਆ ਹੈ, ਅਤੇ ਇਹਨੂੰ ਪਾਈ ਰੱਖ। ਇਹ ਨਹੀਂ ਕਿ ਅੱਜ ਯਤਨ ਕੀਤਾ ਅਤੇ ਛੱਡ ਦਿੱਤਾ। ਇਹ ਯਤਨ ਠੀਕ ਹੈ ਕਿ ਤੈਨੂੰ ਆਰੰਭ ਦੇ ਵਿੱਚ ਰਸ ਨਾ ਦੇਵੇ, ਹੋ ਸਕਦਾ ਤੇਰਾ ਮਨ ਮਲੀਨ ਹੋਵੇ ਅਤੇ ਉਹ ਬੜੀ ਛੇਤੀ ਸ਼ਬਦ ਦੇ ਅੰਮ੍ਰਿਤ ਭਾਵ ਨੂੰ
ਕਬੂਲ ਨਾ ਕਰੇ, ਪਰ ਤੂੰ ਆਪਣੇ ਮਨ ਨੂੰ ਗੁਰੂ ਸ਼ਬਦ ਨਾਲ ਜੋੜ ਕੇ ਸਾਧਨਾ ਦੇ ਵਿੱਚ ਪਾਈ ਰੱਖ। ਦਿਨ ਦਿਨ ਦੂਨਾ ਹੇਤ, ਬਸ ਤੇਰੀ ਸਾਧਨਾ ਕਿਸੇ ਦਿਨ ਰੰਗ ਲਿਆਏਗੀ ਅਤੇ ਤੈਨੂੰ ਜੀਵਨ ਦੇ ਵਿੱਚ ਹੇਤ ਬੜੀ ਵੱਡੀ ਗੁਰੂ ਸ਼ਬਦ ਦੇ ਪ੍ਰੇਮ ਦੀ ਜਿਹੜੀ ਅਵਸਥਾ ਹੈ, ਪ੍ਰੀਤ ਦੀ ਅਵਸਥਾ ਪੈਦਾ ਹੋ ਜਾਏਗੀ। ਹੁਣ ਇਹਦੇ ਵਿੱਚ ਇੱਕ ਸੰਸਾਰਿਕ ਨੁਕਤਾ ਹੈ। ਅਸੀਂ ਦੁਨੀਆਦਾਰੀ ਦੇ ਵਿੱਚ ਕੋਈ ਪ੍ਰਾਪਤੀ ਕਰਨੀ ਹੋਵੇ ਨਾ, ਤਾਂ ਉਹਦੇ ਸ਼ਾਰਟਕੱਟ ਵੀ ਹੁੰਦੇ ਨੇ, ਪਰ ਫਿਰ ਵੀ ਸ਼ਾਰਟਕੱਟ ਵਾਲਾ ਬੰਦਾ ਕਾਮਯਾਬ ਨਹੀਂ ਹੁੰਦਾ। ਉੱਥੇ ਅਸੀਂ ਕੁਝ ਨਹੀਂ ਕਰਦੇ। ਅਧਿਆਤਮ ਦੇ ਵਿੱਚ ਜਦੋਂ ਪ੍ਰਵੇਸ਼ ਕਰਦੇ ਹਾਂ, ਉਦੋਂ ਥੋੜ੍ਹੇ ਸਮਾਂ ਦੇ ਵਿੱਚ ਬੜੀ ਹੈਰਾਨਗੀ ਹੁੰਦੀ ਹੈ। ਮੈਂ ਆਪਣੇ ਜੀਵਨ ਦੇ ਵਿੱਚ ਦੇਖੀਦਾ, ਬਚਪਨ ਤੋਂ ਗੁਰੂ ਕਿਰਪਾ ਸਦਕਾ ਆਰੰਭ ਹੋਏ, ਹੁਣ ਜਾ ਕੇ ਕੁਝ ਥੋੜ੍ਹਾ ਨੁਕਤਾ ਮਾਤਰ ਕਿਤੇ ਸਮਝ ਆਉਂਦਾ, ਸਾਰਾ ਨਹੀਂ ਕਿਤੇ ਕਿਤੇ, ਅਤੇ ਤਾਂ ਵੀ ਕਦੀ ਕਾਹਲੇ ਨਹੀਂ ਪਏ ਕਿ ਇਹ ਕਿਉਂ ਨਹੀਂ ਹੋ ਰਿਹਾ, ਜਾਂ ਸ਼ਬਦ ਦੀ ਅਵਸਥਾ ਸਾਡੇ ਉੱਪਰ ਨਾਜ਼ਲ ਕਿਉਂ ਨਹੀਂ ਹੋ ਰਹੀ। ਕੁਝ ਕੁ ਦਿਨ ਮਨੁੱਖ ਪ੍ਰਯਤਨ ਕਰਦਾ ਹੈ, ਮਹੀਨਾ 2 ਮਹੀਨੇ ਦੀ ਸਾਧਨਾ, ਮਤਲਬ ਜਿਵੇਂ ਸਵੇਰ ਵੇਲੇ ਦੀ ਉੱਠ ਕੇ ਸਿਮਰਨ ਅਭਿਆਸ ਦਾ ਕਰਮ ਹੈ, ਇਹ ਪਹਿਲੇ ਪੱਧਰ 'ਤੇ ਖੁਸ਼ਕੀ ਹੁੰਦਾ ਹੈ, ਇਹਦੇ ਵਿੱਚ ਕੋਈ ਰਸ ਨਹੀਂ ਵਾਪਰਦਾ। ਅਤੇ ਫਿਰ ਮਨੁੱਖ ਕੀ ਕਰਦਾ ਹੈ, ਪੂਰਾ ਆਪਣੇ ਮਨ ਦੀ ਹਾਲਤ ਨੂੰ ਬਾਰੇ ਨਹੀਂ ਜਾਣਿਆ ਹੁੰਦਾ। ਇਸ ਕਰਕੇ ਸਿਮਰਨ ਦੇ ਵਿੱਚ ਵੀ ਬੰਦੇ ਅਕਹਿਰੇ ਰਹਿ ਜਾਂਦੇ ਨੇ। ਜਿਹੜੇ ਬੰਦੇ ਸਿਮਰਨ 'ਚ ਅਕਹਿਰੇ ਰਹਿ ਜਾਂਦੇ ਨੇ, ਉਹ ਸਿਮਰਨ ਦੇ ਅਗਲੇ ਭਾਵ ਨੂੰ ਨਹੀਂ ਜਾਣਦੇ। ਹੁਣ ਉਦਾਹਰਨ ਦੇ ਤੌਰ 'ਤੇ ਕੋਈ ਕੱਪੜਾ ਮਲੀਨ ਹੈ, ਪਹਿਲੀ ਦਫਾ ਸਾਬਣ ਲਗਾਇਆ, ਉੱਜਲ ਤਾਂ ਨਹੀਂ ਹੋ ਜਾਏਗਾ। ਹੁਣ ਕੋਈ ਮਨੁੱਖ ਪਹਿਲੀ ਦਫਾ ਹੀ ਸਾਬਣ ਲਗਾ ਕੇ ਕਹਿ ਦੇ ਮੈਂ ਸਾਬਣ ਵੀ ਲਗਾਇਆ, ਉੱਜਲ ਨਹੀਂ ਹੋਇਆ, ਤਾਂ ਫਿਰ ਨੇੜੇ ਕੋਈ ਵੇਖਣ ਵਾਲਾ ਕਹੇਗਾ ਕਿ ਇਹਦੀ ਮੈਲ ਗਹਿਰੀ ਹੈ, ਇਹਦੇ ਹਰੇਕ ਕੱਪੜੇ ਦੇ ਰੇਸ਼ੇ ਵਿੱਚ ਮੈਲ ਫਸੀ ਹੈ। ਇਸ ਕਰਕੇ ਸਾਬਣ ਵੀ ਲਗਾ, ਬੁਰਸ਼ ਵੀ ਲਗਾ, ਹੋਰ ਕਈ ਕੁਝ ਕਰ, ਫਿਰ ਬਹੁਤ ਦਫਾ ਕਰ, ਫਿਰ ਜਾ ਕੇ ਉੱਜਲਾ ਹੋਏਗਾ। ਹੁਣ ਜਦੋਂ ਮਨ ਮਾਇਆ ਦਾ ਵੇੜਿਆ ਹੈ, ਉਦੋਂ ਤਾਂ ਮਨੁੱਖ ਨੇ ਸੁਚੇਤ ਨਹੀਂ ਕੀਤਾ। ਉਦੋਂ ਜੋ ਕੰਨਾਂ ਦੁਆਰਾ, ਅੱਖਾਂ ਦੁਆਰਾ, ਚਮੜੀ ਦੀ ਛੋਹ ਦੁਆਰਾ, ਮਲੀਨ ਭਟਕੀ ਹੋਈ ਸੁਰਤ ਦੁਆਰਾ ਜੋ ਮਲੀਨ ਖਿਆਲ ਅੰਦਰ ਭੇਜੀ ਗਿਆ, ਆਪਣੇ ਮਨ ਦੇ ਵਸਤ ਨੂੰ ਸਾਰਾ ਮੈਲਾ ਕਰ ਲਿਆ। ਮੈਲਾ ਕਰਨ ਲੱਗਿਆ, ਸੁੱਧ ਨਹੀਂ ਸੀ, ਅਤੇ ਹੁਣ ਜਦੋਂ ਉਹਨੂੰ ਸੁਚੇਤ ਕਰਨਾ, ਸਾਫ਼ ਕਰਨਾ, ਉਦੋਂ ਮੁਸ਼ਕਿਲ ਹੋ ਗਈ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ, ਕਬੀਰ ਸਾਧ ਸੰਗਤ ਸਾਧ ਕੀ ਦਿਨ ਦਿਨ ਦੂਨਾ ਹੇਤ। ਜੇ ਤੈਨੂੰ ਸਾਧ ਪੁਰਖ ਨਹੀਂ ਮਿਲ ਰਿਹਾ, ਤਾਂ ਜਿਹੜਾ ਗੁਰੂ ਦਾ ਸ਼ਬਦ ਹੈ, ਇਹ ਗੁਰੂ ਦਾ ਸਾਧਨਾ ਰੂਪ ਹੀ ਹੈ। ਇਹ ਤੈਨੂੰ ਸਾਧਨਾ ਦਾ ਢੰਗ ਸਿਖਾ ਰਿਹਾ ਹੈ ਕਿ ਆਪਣੇ ਮਨ ਨੂੰ ਜੇ ਗੁਰੂ ਸ਼ਬਦ ਨਾਲ ਜੋੜਿਆ ਤੇ ਜੋੜੀ ਰੱਖ। ਦਿਨ ਦਿਨ ਦੂਨਾ ਹੇਤ, ਹੌਲੀ ਹੌਲੀ ਤੇਰੀ ਇਹ ਅਵਸਥਾ ਬਣ ਜਾਏਗੀ, ਅਤੇ ਫਿਰ ਤੈਨੂੰ ਸ਼ਬਦ ਦੇ ਵਿੱਚੋਂ ਇੱਕ ਜੀਵਨ ਦਾ ਆਨੰਦ ਲੱਭਣਾ ਸ਼ੁਰੂ ਹੋ ਜਾਏਗਾ। ਅਤੇ ਇਸ ਕਰਕੇ ਇਹ ਉੱਤਮ ਹੈ, ਇਹਦੇ ਵੱਲ ਯਤਨ ਕੀਤਾ ਉੱਤਮ ਹੈ। ਹੁਣ ਦੂਜੀ ਪੰਕਤੀ ਜਿਹੜਾ ਪ੍ਰਤੀਕ ਭਾਵ ਬਣਦਾ, ਦੂਜੀ ਪੰਕਤੀ ਦਾ ਪ੍ਰਤੀਕ ਭਾਵ ਬਣਦਾ, ਸਾਕਤ ਕਾਰੀ ਕਾਂਬਰੀ ਧੋਏ ਹੋਏ ਨਾ ਸੇਤ। ਪਰ ਦੂਜੇ ਪਾਸੇ ਜਦੋਂ ਮਨ ਮਾਇਆ ਦੇ ਗ੍ਰਸਤ ਹੋ ਗਿਆ, ਜਦੋਂ ਵਕਾਰਾਂ ਦੀ ਮੈਲ ਬਿਲਕੁਲ ਉਹਦੇ ਵਿੱਚ ਦਾਖਲ ਹੋ ਗਈ, ਜਦੋਂ ਦਵੈਤ ਦੀ ਅੱਗ ਦੇ ਵਿੱਚ, ਈਰਖਾ ਦੀ, ਆਸਾ ਮਨਸਾ ਤ੍ਰਿਸ਼ਨਾ ਦੀ ਅੱਗ ਵਿੱਚ ਸੜਦਾ ਹੈ, ਜਦੋਂ ਇੱਕ ਵਾਰੀ ਕੋਲਾ ਹੋ ਚੁੱਕਿਆ ਤੇਰਾ ਮਨ, ਇਸ ਜਨਮ ਦੇ ਵਿੱਚ ਸੋਝੀ ਪ੍ਰਾਪਤ ਕਰਨ ਦੀ ਬਜਾਏ ਵੀ ਤੇਰਾ ਮਨ ਕੋਲਾ ਹੋ ਗਿਆ, ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਫਿਰ ਭਾਵੇਂ ਕਿਤਨਾ ਵੀ ਯਤਨ ਕਰ, ਧੋਏ ਹੋਏ ਨਾ ਸੇਤ। ਇਸ ਕਰਕੇ ਗੁਰਬਾਣੀ 'ਚ ਨਾ ਇੱਕ ਜਗ੍ਹਾ ਵਾਕ ਆਉਂਦਾ ਹੈ ਕਿ ਗੁਰਮੁਖ ਉਹ ਹਨ ਜਿਹੜੇ ਆਪਣੇ ਮਨ ਦੇ ਦ੍ਰਿਸ਼ਟਾ ਬਣ ਕੇ ਰਹਿੰਦੇ ਹਨ। ਹੁਣ ਜੇ ਸਾਨੂੰ ਕੋਈ ਕਹਿ ਦੇ ਇੱਕ ਦਿਨ ਦੇ ਆਪਣੇ ਸ਼ੁਭ ਸੰਕਲਪਾਂ ਦੀ ਚੋਣ ਕਰਕੇ ਦੱਸੋ, ਦੁਨੀਆ ਦਾ ਕੋਈ ਮਨੁੱਖ ਨਹੀਂ ਕਰ ਸਕੇਗਾ। ਕਿਉਂਕਿ ਮਨ ਦੇ ਤਲ 'ਤੇ ਇੰਨਾ ਜਾਗਰਤੀ ਨਹੀਂ ਹੈ। ਸਾਨੂੰ ਤਾਂ ਉਦੋਂ ਪਤਾ ਲੱਗਦਾ ਮਨ ਦੇ ਫੁਰਨੇ ਦਾ, ਜਦੋਂ ਮਨ ਦੇ ਫੁਰਨੇ ਅਨੁਸਾਰ ਕਰਮ ਕਰ ਲੈਂਦੇ ਹਾਂ, ਅਤੇ ਕਰਮ ਕਰਦਿਆਂ ਵੀ ਨਹੀਂ ਪਤਾ ਲੱਗਦਾ। ਜਦੋਂ ਕਰਮ ਦਾ ਫਲ ਪ੍ਰਗਟ ਹੁੰਦਾ, ਉਦੋਂ ਵੀ ਨਹੀਂ ਪਤਾ ਲੱਗਦਾ। ਜਦੋਂ ਕਰਮ ਦਾ ਫਲ ਮਾਨਸਿਕ ਤੌਰ 'ਤੇ ਪ੍ਰਭਾਵ ਛੱਡਦਾ, ਉਦੋਂ ਬੰਦੇ ਨੂੰ ਪਤਾ ਲੱਗਦਾ ਕਿ ਮਨੁੱਖ ਨੇ ਜਿਹੜਾ ਮੇਰੇ ਮਨ ਨੇ ਫੁਰਨਾ ਦਿੱਤਾ, ਉਹ ਕਿੰਨਾ ਪ੍ਰਬਲ ਸੀ। ਜਿਵੇਂ ਉਦਾਹਰਨ ਦੇ ਤੌਰ 'ਤੇ ਕਈ ਅਪਰਾਧੀ ਕਤਲ ਕਰ ਲੈਂਦੇ ਹਨ, ਕਤਲ ਦੀ ਸਜ਼ਾ ਸੁਣਨ ਦੌਰਾਨ ਵੀ ਉਹਨਾਂ ਨੂੰ ਕੋਈ ਬਹੁਤੀ ਹਲਚਲ ਨਹੀਂ ਵਾਪਰਦੀ। ਜਦੋਂ ਉਸ ਸਜ਼ਾ ਦੇ ਪ੍ਰਭਾਵ ਨੂੰ ਕਿਸੇ ਕੈਦਖਾਨੇ ਵਿੱਚ ਹੰਡਾਉਂਦੇ ਨੇ, ਫਿਰ ਪਤਾ ਲੱਗਦਾ। ਅਤੇ ਇਸੇ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਦੀ ਬਾਣੀ ਵਿੱਚ ਵੀ ਐਸੇ ਸ਼ਲੋਕ ਹਨ ਕਿ ਮੈਂ ਤੈਨੂੰ ਇਜਾਜ਼ਤ ਹੀ ਨਹੀਂ ਦਿੰਦਾ। ਮਨ ਦੇ ਨਾਲ ਉਹ ਆਪਣੀ ਗੱਲਬਾਤ ਕਰਦੇ ਨੇ ਭਗਤ ਕਬੀਰ ਸਾਹਿਬ ਜੀ, ਕਹਿੰਦੇ ਮੈਂ ਤੈਨੂੰ ਇਜਾਜ਼ਤ ਹੀ ਨਹੀਂ ਦਿੰਦਾ ਕਿ ਤੂੰ ਆਹ ਵੀ ਕਰਮ ਕਰ। ਮਤਲਬ ਕਿ ਤੂੰ ਆਪਣੇ ਮੇਨ ਦਾਇਰੇ 'ਚੋਂ ਬਾਹਰ ਨਿਕਲੇ, ਤੈਨੂੰ ਇਜਾਜ਼ਤ ਨਹੀਂ ਦਿੰਦਾ। ਜਿਵੇਂ ਕਈ ਵਾਰੀ ਮਾਤਾ ਪਿਤਾ ਬੱਚੇ ਦੀ ਸੰਭਾਲ ਦੇ ਲਈ 4 ਦੀਵਾਰੀ ਦੇ ਵਿੱਚ ਹੀ ਉਹਨੂੰ ਕੈਦ ਕਰ ਦਿੰਦੇ ਨੇ। ਉਹਦਾ ਮਤਲਬ ਹੈ ਕਿ ਜਦੋਂ ਉਹਨੂੰ ਪਤਾ ਹੁੰਦਾ ਹੈ ਕਿ ਇਹ ਥੋੜ੍ਹੀ ਸ਼ਰਾਰਤੀ ਬਿਰਤੀ ਦਾ, ਜੇ ਇਹ ਨਹੀਂ ਸ਼ਰਾਰਤੀ ਬਿਰਤੀ ਦਾ, ਅਤੇ ਜਿਹੜੇ ਬਾਹਰ ਖਲੋਤੇ ਨੇ ਉਹ ਥੋੜ੍ਹੀ ਗਲਤ ਸੰਗਤ ਵਾਲੇ ਨੇ, ਉਹਨਾਂ ਨੇ ਇਹਦੇ ਜੀਵਨ ਨੂੰ ਇੱਕ ਵਾਰੀ ਬਾਹਰ ਨਿਕਲਣ ਦੇ ਨਾਲ ਹੀ ਭ੍ਰਸ਼ਟ ਕਰ ਦੇਣਾ ਹੈ। ਉਹ ਫਿਰ ਉਹਨੂੰ 4 ਦੀਵਾਰੀ 'ਚ ਹੀ ਰੱਖਦੇ ਨੇ। ਫਿਰ ਜਿਹੜੇ ਗੁਰਮੁਖਾਂ ਦੀ ਸ਼ਬਦ ਨਾਲ ਸੁਰਤ ਜਾਗੀ ਹੈ, ਉਹ ਮਨ ਨੂੰ ਪ੍ਰਬੋਧ ਕੇ ਗੁਰੂ ਸ਼ਬਦ ਦੇ ਨੇੜੇ ਹੀ ਰੱਖਦੇ ਨੇ। ਉਹਨਾਂ ਨੂੰ ਪਤਾ ਹੈ ਕਿ ਇੱਕ ਦਫਾ ਇਹ ਚਲਾ ਗਿਆ
ਤਾਂ ਮੁੜ ਕੇ ਪਤਾ ਨਹੀਂ ਕਿੱਧਰ ਚਲਿਆ ਜਾਏ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਇਸੇ ਪ੍ਰਕਾਰ ਸਾਖਤ ਕਾਰੀ ਕਾਂਬਰੀ ਧੋਏ ਹੋਏ ਨਾ ਸੇਤ। ਇਸ ਕਰਕੇ ਜਦੋਂ ਮਨ ਇੱਕ ਵਾਰੀ ਵਿਕਾਰਾਂ ਦੇ ਵਿੱਚ ਵੇੜਿਆ ਗਿਆ ਫਿਰ ਬੜਾ ਹੁੰਦਾ ਹੈ। ਹੁਣ ਅਸੀਂ ਰੋਜ਼ਾਨਾ ਸ਼ਬਦ ਵਿਚਾਰ ਸੁਣਦੇ ਹਾਂ, ਕਰਦੇ ਹਾਂ, ਅਸੀਂ ਆਪਣੇ ਆਪ ਨੂੰ ਸਤਸੰਗੀ ਕਹਿੰਦੇ ਹਾਂ ਜਾਂ ਮੰਨਦੇ ਹਾਂ ਜਾਂ ਕੋਈ ਸਾਨੂੰ ਕਹਿੰਦਾ ਹੈ। ਇਹ ਤਿੰਨ ਭਾਵ ਨੇ। ਹੁਣ ਸਤਸੰਗੀ ਦਾ ਭਾਵ ਕੀ ਹੈ ਕਿ ਸਾਡੇ ਜੀਵਨ ਦੇ ਵਿੱਚ ਸੰਸਾਰ ਦੇ ਵਿੱਚ ਵਿਚਰਨ ਕਰਕੇ ਮੈਲ ਬਣੀ ਰਹਿਣੀ ਹੈ। ਸਾਡੇ ਫੁਰਨਿਆਂ ਨੇ ਵੀ ਆਲੇ ਦੁਆਲੇ ਭਟਕਣਾ ਹੈ, ਕਿਉਂਕਿ ਸੰਸਾਰ ਦਾ ਮਾਇਆ ਦਾ ਪ੍ਰਭਾਵ ਹੈ। ਮਨਮੁੱਖਾਂ ਦੇ ਸੰਗ ਵਿੱਚ ਵੀ ਬਹਿਣਾ ਪਏਗਾ, ਸਮਾਜ ਦੇ ਕਰਕੇ, ਰਿਸ਼ਤੇ ਨਾਤਿਆਂ ਦਾ ਜਿਹੜਾ ਸਾਡਾ ਔਰਾ ਜਿਹਾ ਬਣਿਆ ਹੋਇਆ। ਪਰ ਇਸ ਸਾਰੇ ਕੁਝ ਦੇ ਵਿੱਚ ਬਣਿਆ ਹੋਇਆ ਜਿਹੜਾ ਸੱਤ ਵਿਚਾਰ ਵਾਲਾ ਜੀਵਨ ਸਾਨੂੰ ਗੁਰੂ ਸ਼ਬਦ ਨੇ ਦ੍ਰਿੜ ਕਰਾਇਆ, ਉਹਦੇ ਸੰਗੀ ਰਹਿਣਾ। ਉਹਦਾ ਸੰਗੀ ਇਹ ਭਾਵ ਕਿ ਮਨਮੁੱਖਾਂ ਦੀ ਮਜਲਿਸ ਦੇ ਵਿੱਚ ਬੈਠਾ ਹੈ ਤਾਂ ਵੀ ਸੁਚੇਤ ਰਹਿਣਾ। ਉੱਥੇ ਸੁਰਤ ਠੀਕ ਹੈ, ਜਿਹੜੀ ਸ਼ਰਵਣ ਹੈ ਉਹ ਉਹਨਾਂ ਵਾਲੇ ਪਾਸੇ ਜੁੜਿਆ ਹੋਵੇ, ਪਰ ਸੁਰਤ ਦਾ ਜਿਹੜਾ ਭਾਵ ਹੈ ਉਹ ਇਸ ਗੱਲ ਵੱਲ ਜੁੜਿਆ ਹੋਵੇ ਕਿ ਇਹਨਾਂ ਦੀ ਜੇ ਮੈਂ ਗੱਲ ਨੂੰ ਆਪਣੇ ਅੰਦਰ ਥਾਂ ਦੇ ਦਿੱਤੀ ਤਾਂ ਮੇਰਾ ਨੁਕਸਾਨ ਕਰੇਗੀ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਇਸ ਕਰਕੇ ਹੁਣ ਇਹ ਜਿਹੜਾ ਉਪਦੇਸ਼ ਹੈ ਜਗਿਆਸੂ ਨੂੰ ਹੈ। ਇਹਦਾ ਮਤਲਬ ਇਹ ਨਹੀਂ ਕਿ ਸਾਖਤ ਨਿਰਮਲ ਨਹੀਂ ਹੋ ਸਕਦਾ, ਇਹ ਜਗਿਆਸੂ ਨੂੰ ਉਪਦੇਸ਼ ਹੈ। ਜਗਿਆਸੂ ਦੇ ਵਿੱਚ ਕਿਉਂਕਿ ਉਹ ਆਪ ਜੇ ਸਾਧਨਾ ਵਿੱਚ ਹੁੰਦਾ ਹੈ, ਸੰਗਤ ਸਾਧਕੀ ਦਾ ਭਾਵ ਇਹ ਜਗਿਆਸੂ ਨੂੰ ਉਪਦੇਸ਼ ਹੈ, ਅਤੇ ਉਹ ਸਾਖਤ ਪੁਰਸ਼ ਨੂੰ ਨਹੀਂ ਜਿੱਤ ਸਕਦਾ। ਕਿਉਂਕਿ ਸਾਖਤ ਦਾ ਜੀਵਨ ਉਹਦੇ ਨਾਲੋਂ ਜ਼ਿਆਦਾ, ਭਾਵੇਂ ਉਹਨੇ ਨੈਗੇਟਿਵਿਟੀ ਵਾਲਾ ਹੀ ਕਮਾਇਆ ਹੈ, ਪਰ ਉਹਦੇ ਨਾਲੋਂ ਜ਼ਿਆਦਾ ਪ੍ਰਬਲਸ਼ਾਲੀ ਹੈ। ਅਤੇ ਗੁਰੂ ਅਵਸਥਾ ਤਾਂ ਸਾਖਤ ਨੂੰ ਵੀ ਬਖਸ਼ ਲੈਂਦੀ ਹੈ, ਉਹਨੂੰ ਵੀ ਸ਼ੁੱਧ ਕਰ ਦਿੰਦੀ ਹੈ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਸਾਖਤ ਕਾਰੀ ਕਾਂਬਰੀ ਧੋਏ ਹੋਏ ਨਾ ਸੇਤ। ਗੁਰਬਾਣੀ ਦਾ ਜਿਹਦਾ ਮੁੱਖ ਵਾਕ ਪੜ੍ਹੋ ਉਹਦੇ ਵਿੱਚ ਜ਼ਿਕਰ ਹੈ, ਜੇਤਾ ਮੋਹ ਪ੍ਰੀਤ ਸਵਾਦ ਸਭਾ ਕਾਲਖ ਦਾਗਾ ਦਾਗ। ਹੁਣ ਉਦਾਹਰਨ ਦੇ ਤੌਰ 'ਤੇ ਅਸੀਂ ਜਦੋਂ ਨਾ ਮਤਲਬ ਕਦੀ ਸ਼ਬਦ ਦੇ ਵਿੱਚ ਅਸੀਂ ਉਤਰਦੇ ਨਹੀਂ। ਜਪਜੀ ਸਾਹਿਬ ਦੀਆਂ ਮਤਲਬ ਕਿਸੇ ਦਿਨ ਕਿਸੇ ਨੁਕਤਾ ਨਿਗਾਹ ਤੋਂ ਵਿਚਾਰ ਚੱਲ ਰਹੀ ਸੀ, ਉਹਦੇ ਵਿੱਚ ਕਿਸੇ ਸੁਗੜ ਜਨ ਨੇ ਮੈਨੂੰ ਦੱਸਿਆ ਕਿ ਜਪਜੀ ਸਾਹਿਬ ਦੀ ਹਰੇਕ ਪੰਕਤੀ ਜਿਹੜੀ ਹੈ ਨਾ ਉਹ ਦਰਸ਼ਨ ਦਾ ਇੱਕ ਵੱਡਾ ਈਡੀਅਮ ਹੈ। ਦਰਸ਼ਨ ਦਾ ਮਤਲਬ ਫਿਲਾਸਫੀ ਦਾ। ਜਪਜੀ ਸਾਹਿਬ ਦੇ ਵਿੱਚ ਇੱਕ ਪੰਕਤੀ ਆਉਂਦੀ, ਅੰਤਰਗਤ ਤੀਰਥ ਮਲ ਨਾਓ। ਹੁਣ ਆਮ ਗੁਰਸਥਾਨਾਂ ਦੇ ਤੀਰਥਾਂ 'ਤੇ ਜਾ ਕੇ ਆਪ ਜੀ ਨੇ ਇਸ਼ਨਾਨ ਕੀਤਾ ਹੈ। ਉਸ ਇਸ਼ਨਾਨ ਕਰਨ ਦਾ ਸਾਰਿਆਂ ਨੂੰ ਢੰਗ ਹੈ, ਸਾਰੇ ਕਰਦੇ ਵੀ ਨੇ, ਪਰ ਜਦੋਂ ਜਪਜੀ ਸਾਹਿਬ ਦਾ ਪਾਠ ਪੜ੍ਹਦੇ ਹਾਂ, ਅੰਤਰਗਤ ਦਾ ਇਸ਼ਨਾਨ ਹੈ, ਉਹਦੀ ਕੀ ਵਿਧੀ ਹੈ, ਕਿਵੇਂ ਕਰਨਾ ਹੈ, ਇਹ ਮਨੁੱਖ ਕਦੀ ਨਹੀਂ ਲੱਭਦਾ। ਤਾਂ ਇਸੇ ਪ੍ਰਕਾਰ ਉਹਦੇ ਅੰਤ ਵਿੱਚ ਜ਼ਿਕਰ ਆਉਂਦਾ ਹੈ, ਨਾਮ ਜਿਨੀ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ। ਹੁਣ ਆ ਜਿਹੜਾ ਸਾਡਾ ਮੁੱਖ ਲੋਕ ਦੇਖਦੇ ਨੇ, ਇਹਦੇ 'ਤੇ ਦਾਗ ਲੱਗਾ ਹੋਵੇ ਨਾ, ਝੱਟ ਕੋਈ ਦੱਸ ਦੇਗਾ ਜੀ ਤੁਹਾਡੇ ਮੁੱਖ 'ਤੇ ਦਾਗ ਲੱਗਾ ਜਾਂ ਮੈਲ ਲੱਗੀ ਹੈ, ਜੋ ਵੀ ਹੈ। ਪਰ ਜਿਹੜਾ ਸਾਡਾ ਮਸਤਕ ਹੈ, ਉੱਥੇ ਮਸਤਕ ਆਉਂਦਾ, ਉੱਥੇ ਮੁੱਖ ਨਹੀਂ ਆਉਂਦਾ। ਮਸਤਕ ਦਾ ਮਤਲਬ ਕੀ ਹੈ ਕਿ ਜਿਸ ਮਸਤਕ ਦੇ ਵਿੱਚੋਂ ਤੇਰੇ ਫੁਰਨੇ, ਤੇਰੇ ਖਿਆਲ, ਤੇਰੇ ਵਿਚਾਰ, ਤੇਰੇ ਭਾਵ, ਤੇਰੇ ਅਹਿਸਾਸ ਪੈਦਾ ਹੁੰਦੇ ਨੇ, ਉਹਨੂੰ ਉਜਲਾ ਕਰਨਾ ਹੈ। ਅਤੇ ਫਿਰ ਜੇ ਗੁਰਬਾਣੀ ਦਾ ਇੱਕ ਇੱਕ ਉਪਦੇਸ਼ ਆਪਣੇ ਮਸਤਕ ਦੇ ਉੱਪਰ ਲਿਖਾਂਗੇ, ਭਾਵ ਕਿ ਦੁਨਿਆਵੀ ਜਾਂ ਆਪਣੀ ਵਿੱਦਿਆ ਦੇ ਵਿਚਾਰਾਂ ਅਤੇ ਗੁਰਮਤਿ ਦੇ ਵਿਚਾਰਾਂ ਨੂੰ ਜਦੋਂ ਉੱਤਮ ਜਾਣ ਕੇ ਆਪਣੇ ਬੁੱਧੀ ਦੇ ਖਾਸ ਹਿੱਸਿਆਂ ਵਿੱਚ ਰੱਖ ਕੇ ਟਿਕਾਵਾਂਗੇ, ਉਦੋਂ ਮਸਤਕ ਉਜਲਾ ਹੋਏਗਾ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਇਸੇ ਪ੍ਰਕਾਰ ਸਾਖਤ ਕਾਰੀ ਕਾਂਬਰੀ ਧੋਏ ਹੋਏ ਨਾ ਸੇਤ। ਤੂੰ ਆਪਣੇ ਜੀਵਨ ਨੂੰ, ਕਿਉਂਕਿ ਇਹ ਸੰਸਾਰ ਤੈਨੂੰ ਦਾਗ ਦੇਵੇਗਾ, ਦਾਗ ਦੇਣਾ ਇਹਦਾ ਸੁਭਾਅ ਹੈ, ਕਿਉਂਕਿ ਇਹ ਮਲੀਨ ਹੈ ਅਤੇ ਤੂੰ ਇਸ ਮਲੀਨਤਾ ਤੋਂ ਪਰਾ ਰਹਿਣਾ। ਇਸ ਕਰਕੇ ਤੂੰ ਦੋ ਕਰਮ ਕਰਨੇ ਨੇ। ਇੱਕ ਕਰਮ ਉਹ ਹੈ ਜਿਹੜਾ ਵਿਕਾਰਾਂ ਵਾਲਾ ਕਰਨਾ, ਪਰ ਉਹਨੇ ਤੈਨੂੰ ਇੰਨਾ ਮੈਲਾ ਕਰ ਦੇਣਾ, ਮੁੜ ਕੇ ਤੇਰੇ ਕੋਲ ਆਪਣੀ ਕਾਲਖ ਨਹੀਂ ਧੋਤੀ ਜਾਣੀ। ਪਰ ਦੂਜੇ ਪਾਸੇ ਇੱਕ ਚੋਣ ਹੈ ਕਿ ਕਰਮ ਉਹ ਵੀ ਸਮਾਂ ਲਏਗਾ ਸਾਧ ਦੀ ਸੰਗਤ ਵਾਲਾ, ਪਰ ਉਹ ਆਖਰ ਤੈਨੂੰ ਇੰਨਾ ਉਜਲ ਕਰ ਦੇਗਾ ਕਿ ਤੈਨੂੰ ਆਪਣਾ ਜੀਵਨ ਸੁਹਾਵਣਾ ਪ੍ਰਤੀਤ ਹੋਏਗਾ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਇਸੇ ਪ੍ਰਕਾਰ ਸਾਖਤ ਕਾਰੀ ਕਾਂਬਰੀ ਧੋਏ ਹੋਏ ਨਾ ਸੇਤ। ਇਸ ਕਰਕੇ ਜੇ ਤੂੰ ਸਾਧ ਦੀ ਸੰਗਤ ਕਰਦਾ ਹੈ, ਤੇਰੇ ਜੀਵਨ ਵਿੱਚ ਕੋਈ ਪ੍ਰੇਮ ਦੀ ਸਾਰ ਵਧੀ ਹੈ, ਅਤੇ ਜੇ ਕੋਈ ਸਾਖਤ ਪੁਰਸ਼ਾਂ ਨੂੰ ਪ੍ਰਬੋਧਨ ਦਾ ਕਾਰਜ ਨਾ ਕਰ, ਕਿਉਂਕਿ ਉਹਦਾ ਜੀਵਨ ਕਾਲੀ ਕੰਬਲੀ ਵਰਗਾ ਹੈ, ਅਤੇ ਤੂੰ ਉੱਜਲ ਹੋਣ ਦਾ ਯਤਨ ਕਰ ਰਿਹਾ, ਉਹ ਆਪਣੀ ਕਾਲਖ ਦੇ ਨਾਲ ਤੈਨੂੰ ਵੀ ਮਲੀਨ ਕਰ ਸਕਦਾ ਹੈ। ਇਸ ਕਰਕੇ ਸੁਚੇਤ ਰਹਿਣ ਦਾ ਵੀ ਇੱਕ ਨੁਕਤਾ ਸਪਸ਼ਟ ਕਰਦੇ ਹਨ। ਇਸੇ ਪ੍ਰਕਾਰ ਆਪ ਜੀ ਰੋਜ਼ਾਨਾ ਪੜ੍ਹਦੇ ਹੋ, ਸਾਖਤ ਹਰ ਰਸ ਸਾਧ ਨਾ ਜਾਣਿਆ ਤਿਨ ਅੰਤਰ ਹਉਮੈ ਕੰਡਾ ਹੈ। ਇਸੇ ਪ੍ਰਕਾਰ ਗੁਰਬਾਣੀ 'ਚ ਵਾਕ ਆਉਂਦਾ, ਮੇਰੇ ਮਨ ਸਾਖਤ ਸੰਗ ਨਾ। ਇਸ ਪ੍ਰਕਾਰ ਹੁੰਦਾ ਹੈ, ਹਰ ਕੇ ਦਾਸ ਸਿਉ ਸਾਖਤ ਨਹੀਂ ਸੰਗ, ਉਹ ਵਿਖਈ ਉਸ ਰਾਮ ਕੋ ਰੰਗ। ਇਸੇ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਬਖਸ਼ਿਸ਼ ਕਰਦੇ ਹਨ, ਕਬੀਰ ਮਨ ਮੁੰਡਿਆ ਨਹੀਂ
ਕੇਸ ਮੁੰਡਾਏ ਕਾਏ। ਹੁਣ ਅਗਲੇ ਸ਼ਲੋਕ ਵਿੱਚ ਭਗਤ ਕਬੀਰ ਸਾਹਿਬ ਜੀ ਜਿਹੜੇ ਲੋਕ ਧਰਮ ਦੇ ਵਿੱਚ ਦਾਖਲ ਹੋ ਕੇ ਪ੍ਰਚਲਿਤ ਧਰਮ ਨੂੰ ਗ੍ਰਹਿਣ ਕਰ ਲੈਂਦੇ ਨੇ, ਜਿਹਦੇ ਵਿੱਚ ਕੋਈ ਬਹੁਤਾ ਗਿਆਨ ਜਾਂ ਬਹੁਤ ਅਨੁਭਵ ਦੀ ਗਹਿਰਾਈ ਨਹੀਂ ਹੁੰਦੀ, ਕੇਵਲ ਬਾਹਰੀ ਤੌਰ 'ਤੇ ਸਮਝ ਕੇ ਹੀ ਦੇਖਾ ਦੇਖੀ ਦੇ ਵਿੱਚ ਧਰਮ ਦਾ ਪ੍ਰਚਲਨ ਅਪਣਾ ਲੈਂਦੇ ਨੇ, ਉਹਨਾਂ ਸੰਬੰਧੀ ਭਗਤ ਸੁਖਬੀਰ ਸਾਹਿਬ ਜੀ ਉਪਦੇਸ਼ ਬਖਸ਼ਿਸ਼ ਕਰਦੇ ਨੇ। ਆਖਦੇ ਨੇ ਕਬੀਰ ਮਨ ਮੁੰਡਿਆ ਨਹੀਂ। ਇਹਦੀ ਉਥਾਨਕਾ ਪ੍ਰਾਪਤ ਹੈ ਟੀਕਿਆਂ ਦੇ ਵਿੱਚ। ਕਹਿੰਦੇ ਕੋਈ ਸੰਨਿਆਸੀ ਸਿਰ ਤੋਂ ਰੁੰਡਣ ਮੁੰਡਨ ਹੋ ਕੇ ਬਿਲਕੁਲ ਪੂਰੀ ਤਰ੍ਹਾਂ ਕੇਸ ਆਪਣੇ ਸਿਰ ਦੇ ਉੱਪਰ ਉਸਤਰੇ ਦੇ ਨਾਲ ਕੱਟ ਕੇ ਭਗਤ ਕਬੀਰ ਸਾਹਿਬ ਜੀ ਪਾਸ ਆਇਆ ਤਾਂ ਭਗਤ ਕਬੀਰ ਸਾਹਿਬ ਜੀ ਦੇਖ ਕੇ ਬਿਨਾਂ ਪੁੱਛੇ ਤੋਂ ਆਖਦਾ ਜੀ ਮੈਂ ਪਰਮ ਸੰਨਿਆਸੀ ਬੈਰਾਗੀ ਬਣ ਗਿਆ। ਤਾਂ ਭਗਤ ਕਬੀਰ ਸਾਹਿਬ ਜੀ ਉਹਦੀ ਇਸ ਹਾਲਤ ਨੂੰ ਦੇਖ ਕੇ ਆਖਦੇ ਹਨ ਕਬੀਰ ਮਨ ਮੁੰਡਿਆ ਨਹੀਂ। ਭਗਤ ਕਬੀਰ ਸਾਹਿਬ ਜੀ ਕਹਿੰਦੇ ਤੇਰੇ ਤੋਂ ਵੱਡਾ ਅਣਜਾਣ ਜਾਂ ਮੂਰਖ ਕੌਣ ਹੋ ਸਕਦਾ ਹੈ। ਸੱਪ ਵਰਮੀ ਢਾਉਣ ਦੇ ਨਾਲ ਸੱਪ ਥੋੜ੍ਹਾ ਮਰ ਜਾਂਦਾ ਹੈ। ਵਰਮੀ ਮਾਰੀ ਸਾਪ ਨਾ ਮੂਆ। ਇਸੇ ਪ੍ਰਕਾਰ ਦੇ ਸੱਪ ਨੂੰ ਮਾਰਨਾ ਹੈ ਤਾਂ ਉਹਨੂੰ ਜਾਂ ਤਾਂ ਉਹਦੀ ਖੁੱਡ ਦੇ ਵਿੱਚੋਂ ਬਾਹਰ ਕੱਢ, ਜਾਂ ਵਰਮੀ ਢਾਉਣ ਤੋਂ ਬਾਅਦ ਜਿਹੜਾ ਸੱਪ ਰਹਿ ਗਿਆ ਉਹਨੂੰ ਵੀ ਮਾਰ, ਫਿਰ ਸੱਪ ਮਰੇਗਾ। ਇਸੇ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਕਹਿੰਦੇ ਮਨ ਮੁੰਡਿਆ ਨਹੀਂ। ਹੁਣ ਇਸੇ ਪ੍ਰਕਾਰ ਕਿ ਸਮਝ ਨਹੀਂ ਮਨ ਦੇ ਤਲ 'ਤੇ ਆਈ। ਜਿਵੇਂ ਇੱਕ ਭਾਰਤ ਦੇ ਵਿੱਚ ਮੱਤ ਹੈ, ਉਹ ਇਸ ਗੱਲ ਨੂੰ ਮੰਨਦਾ ਹੈ ਕਿ ਜਿਹੜੀ ਮਨੁੱਖ ਦੀ ਪਾਪਮਈ ਅਵਸਥਾ ਹੈ ਉਹ ਕੇਸਾਂ ਦੇ ਵਿੱਚ ਜਮ੍ਹਾਂ ਹੁੰਦੀ ਰਹਿੰਦੀ। ਇਸ ਕਰਕੇ ਮਨੁੱਖ ਦੇ ਸਿਰ ਪਾਪਾਂ ਦਾ ਬੋਝ ਵੱਧਦਾ ਹੈ, ਤਾਂ ਕਰਕੇ ਇਹ ਰੱਖਣੇ ਚਾਹੀਦੇ। ਇੱਕ ਇਹ ਮੱਤ ਹੈ। ਇੱਕ ਮੱਤ ਇਹ ਮੰਨਦਾ ਹੈ ਕਿ ਜਿਵੇਂ ਜੈਨ ਮੱਤ ਦੇ ਵਿੱਚ ਸਰੇਵੜੇ ਮੱਤ ਇਹ ਗੱਲ ਮੰਨਦੇ ਨੇ ਕਿ ਜਿਹੜੇ ਕੇਸ ਨੇ ਇਹਨਾਂ ਦੇ ਵਿੱਚ ਕਰਮ ਵਾਸ ਕਰਦੇ ਨੇ ਅਤੇ ਹਿੰਸਾ ਹੁੰਦੀ ਹੈ, ਇਸ ਕਰਕੇ ਉਹ ਇਸ ਗੱਲ ਤੋਂ ਵੀ ਆਪਣੇ ਸਿਰ ਤੋਂ ਜਿਹੜੇ ਕੇਸ ਨੇ ਉਤਰਵਾ ਦਿੰਦੇ ਨੇ। ਪਰ ਭਗਤ ਕਬੀਰ ਸਾਹਿਬ ਜੀ ਕਹਿੰਦੇ ਮਨ ਮੁੰਡਿਆ ਨਹੀਂ। ਹੁਣ ਕੇਸ ਕਟਵਾਏ ਇਸ ਕਰਕੇ ਕਿ ਮੇਰੀ ਜਿਹੜੀ ਧਿਆਨ ਦੀ ਅਵਸਥਾ ਉਹ ਬੜੀ ਇਕਾਗਰ ਰਹੇ। ਪਰ ਭਗਤ ਕਬੀਰ ਸਾਹਿਬ ਜੀ ਕਹਿੰਦੇ ਧਿਆਨ ਦੀ ਅਵਸਥਾ ਤਾਂ ਮਨ 'ਤੇ ਇਕਾਗਰ ਹੈ। ਅੱਜ ਵੀ ਸ਼ਾਇਦ ਤੁਹਾਨੂੰ ਨਾ ਪਤਾ ਹੋਵੇ, ਟੀਵੀ ਦੇ ਵਿੱਚ ਕੁਝ ਐਸੇ ਸਪਿਰਿਚੁਅਲ ਗੁਰੂ ਬਣੇ ਹੋਏ ਨੇ ਜਿਨ੍ਹਾਂ ਨੇ ਇਸ ਗੱਲ 'ਤੇ ਬੜਾ ਜ਼ੋਰ ਦਿੱਤਾ ਹੋਇਆ ਹੈ। ਮੈਂ ਤਾਂ ਬਹੁਤ ਦਫਾ ਬਹੁਤ ਸਮਾਂ ਹੋ ਗਿਆ ਦੇਖੇ ਨੂੰ, ਪਰ ਫਿਰ ਵੀ ਦੇਖਿਆ ਹੋਇਆ, ਨੋਟਿਸ ਲਿਆ ਹੋਇਆ। ਉਹਦੇ ਵਿੱਚ ਤੁਹਾਨੂੰ ਇਸ ਗੱਲ ਤੋਂ ਰੱਦ ਕਰਵਾਉਣਗੇ। ਤਾਂ ਇਸੇ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਕਹਿੰਦੇ ਮਨ ਮੁੰਡਿਆ ਨਹੀਂ। ਇਸ ਕਰਕੇ ਕੇਸ ਕਰਵਾ ਦਿੱਤੇ ਕਿ ਮੇਰੀ ਚੇਤਨਾ ਦੇ ਦੁਆਰ ਖੁੱਲ੍ਹ ਜਾਣ। ਜਿਵੇਂ ਭਾਰਤ ਦੇ ਵਿੱਚ ਇੱਕ ਮੱਤ ਹੈ, ਅੱਜ ਕੱਲ੍ਹ ਉਹ ਬੜਾ ਪ੍ਰਚਲਿਤ ਹੈ। ਉਹ ਇਹ ਕਹਿੰਦਾ ਕਿ ਅਗਰ ਤੁਸੀਂ, ਕਿਉਂਕਿ ਉਹ ਤਾਂਤਰਿਕ ਮੱਤ ਦੇ ਨੇੜੇ ਹੈ, ਤਾਂ ਉਹ ਕਹਿ ਰਿਹਾ ਕਿ ਜੇ ਤੁਸੀਂ ਮਤਲਬ ਆਪਣੀ ਕੁੰਡਲਨੀ ਨੂੰ ਜਗਾਉਣਾ ਹੈ, ਆਪਣੇ ਜੀਵਨ ਦੇ ਵਿੱਚ ਥੋੜ੍ਹਾ ਜਿਹਨੂੰ ਅਨਲਿਮਟਿਡ ਹੈਪੀਨੈਸ ਕਿਹਾ ਜਾਂਦਾ ਭਰਮਾਊ ਟਾਈਟਲ ਹੇਠ, ਜੇ ਉਹਨੂੰ ਕਰਨਾ ਹੈ ਤਾਂ ਤੁਸੀਂ ਕੇਸ ਕਤਲ ਕਰਵਾ ਦਿਓ। ਉਹਦੇ ਨਾਲ ਕੀ ਹੋਏਗਾ ਕਿ ਤੁਹਾਡੀ ਜਿਹੜੀ ਪਹਿਲੀ ਚੇਤਨਾ ਹੈ ਉਹਦੇ ਉੱਪਰ ਜਿਹੜੀ ਤੁਹਾਡੀ ਪਹਿਲੀ ਕੌਨਸ਼ੀਅਸਨੈਸ ਜਿਹੜੀ ਮੈਲਟਡ ਹੋ ਗਈ ਹੈ ਉਹ ਪਰਾਂ ਹੋ ਜਾਏਗੀ ਅਤੇ ਤੁਹਾਡੀ ਚੇਤਨਾ, ਤੁਹਾਡਾ ਕੌਨਸ਼ੀਅਸ ਮਾਈਂਡ ਜਾਗੇਗਾ ਅਤੇ ਤੁਸੀਂ ਇੱਕ ਵੱਡੇ ਸੰਸਾਰ ਦੇ ਨਾਲ ਕਨੈਕਟਡ ਹੋ ਜਾਓਗੇ। ਇਸ ਤਰ੍ਹਾਂ ਕਹਿੰਦੇ ਨੇ। ਪਰ ਭਗਤ ਕਬੀਰ ਸਾਹਿਬ ਜੀ ਕਹਿੰਦੇ ਮਨ ਮੁੰਡਿਆ ਨਹੀਂ। ਹੁਣ ਅਸੀਂ ਸ਼ਬਦ ਵਿਚਾਰ ਸੁਣਦੇ ਹਾਂ, ਬੁੱਧੀ ਸੁਣ ਰਹੀ ਹੈ, ਮਨ ਇਹਨੂੰ ਨੋਟ ਕਰ ਰਿਹਾ ਅਤੇ ਚਿੱਤ ਇਹਨੂੰ ਵਸਾ ਰਿਹਾ। ਹੋ ਸਕਦਾ ਬੁੱਧੀ ਕਹਿ ਰਹੀ ਨਹੀਂ, ਹਾਂ ਆਹ ਗੁਰੂ ਦੀ ਗੱਲ ਠੀਕ ਹੈ, ਬਿਲਕੁਲ ਸਾਡੇ ਜੀਵਨ ਦਾ ਭਲਾ ਕਰਨ ਵਾਲੀ ਹੈ। ਪਰ ਇਸ ਗੱਲ ਨੂੰ ਨਾ ਵਸਣ ਦੇਣ ਦੇ ਵਿੱਚ ਸਾਡਾ ਕਿਹੜਾ ਹਿੱਸਾ ਕੰਮ ਕਰ ਰਿਹਾ? ਸਾਡਾ ਮਨ ਕੰਮ ਕਰ ਰਿਹਾ। ਉਹ ਮਨ ਜਿਹੜਾ ਮਾਇਆ ਦਾ ਵੇੜਿਆ ਹੋਇਆ। ਬੁੱਧੀ ਮੰਨ ਗਈ ਹੈ ਕਿ ਅੰਮ੍ਰਿਤ ਵੇਲਾ ਸੰਭਾਲਣਾ ਚਾਹੀਦਾ ਹੈ। ਮਨ ਕਹਿ ਰਿਹਾ ਜਿਹੜਾ ਮਾਇਆ ਦਾ ਵੇੜਿਆ ਹੈ, ਸਰੀਰਕ ਤਲ ਦਾ ਗੁਲਾਮ ਹੈ, ਸਰੀਰਕ ਤਲ ਨੂੰ ਆਪਣੇ ਅਧੀਨ ਰੱਖਦਾ ਹੈ, ਉਹ ਆਲਸ ਦੀ ਪ੍ਰਵਿਰਤੀ ਵਿੱਚ ਫਸਿਆ ਹੋਇਆ ਹੈ ਅਤੇ ਕਹਿੰਦਾ ਇਸ ਗੱਲ ਦੀ ਕਿਹੜੀ ਗੱਲ ਹੈ। ਇਸ ਕਰਕੇ ਅਸੀਂ ਜਿਹੜਾ ਗੁਰਬਾਣੀ 'ਚ ਕੱਲ ਕਲੇਸ਼ ਸ਼ਬਦ ਪੜ੍ਹਦੇ ਹਾਂ ਉਹ ਵੀ ਇਸੇ ਨੁਕਤੇ ਤੋਂ ਹੀ ਹੈ ਕਿ ਬੰਦੇ ਦੀ ਬੁੱਧੀ ਦਾ ਅਤੇ ਬੰਦੇ ਦੇ ਮਨ ਦਾ ਹਰ ਵੇਲੇ ਟਕਰਾਅ ਚੱਲਦਾ ਰਹਿੰਦਾ ਹੈ। ਉਹ ਪਰ ਬੰਦਾ ਉਹਨੂੰ ਸਮਝਦਾ ਨਹੀਂ ਹੈ। ਇਸ ਕਰਕੇ ਮਨ ਕੱਲ ਪੈਦਾ ਕਰਦਾ ਹੈ ਅਤੇ ਉਸ ਕੱਲ ਨੂੰ ਜਦੋਂ ਸਰੀਰ ਕਰਮ ਬਣਾ ਲਵੇ ਤਾਂ ਉਹ ਕਲੇਸ਼ ਬਣ ਜਾਂਦਾ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਮਨ ਮੁੰਡਿਆ ਨਹੀਂ। ਜਿਸ ਸ਼ਬਦ ਨੂੰ ਵਸਾ ਕੇ ਵਿਕਾਰਾਂ ਦੀ ਮੈਲ ਤੋਂ, ਸੰਸਾਰ ਦੇ ਆਕਰਸ਼ਣ ਤੋਂ ਮੁਕਤ ਹੋਣਾ ਸੀ, ਤਾਂ ਜਾਂ ਜਿਸ ਸ਼ਬਦ ਦੀ ਵਿਚਾਰ ਨੂੰ ਬੁੱਧੀ ਦੁਆਰਾ ਵਸਾ ਕੇ ਮਨ ਨੂੰ ਪ੍ਰਬੋਧਣਾ ਸੀ, ਉਸ ਮਨ ਦੇ ਉੱਪਰ ਨਹੀਂ ਕੰਮ ਕੀਤਾ, ਸਗੋਂ ਬਾਹਰਾ ਸਸਤਾ ਕਰਮ ਅਪਣਾ ਲਿਆ ਕਿ ਕੇਸ ਉਤਰਵਾ ਦਿਆਂ। ਇਸ ਕਰਕੇ ਕਹਿੰਦੇ ਇਹ ਤਾਂ ਫਿਰ ਧਰਮ ਦਾ ਨਾਟਕ ਕੀਤਾ ਨਾ, ਧਰਮ ਨੂੰ ਜੀਵਿਆ ਨਹੀਂ। ਅੱਜ ਬਹੁਤ ਦੁੱਖ ਹੁੰਦਾ ਜਦੋਂ ਦੇਖੀਦਾ ਲੋਕ ਧਰਮ ਦੇ ਵਿੱਚ ਨਾਟਕ ਕਰ ਰਹੇ ਨੇ। ਹੁਣ ਜਿਵੇਂ ਨਾਟਕ ਦੇ ਵਿੱਚ ਕੋਈ ਬੀਬੀ ਵਿਧਵਾ ਦਾ ਰੋਲ ਕਰ ਰਹੀ ਹੈ ਜਾਂ ਕੋਈ ਹੋਰ ਕੋਈ ਇਸ ਤਰ੍ਹਾਂ ਦਾ ਬਹੁਤ ਦੁਖਦਾਈ ਰੋਲ ਕਰ ਰਹੀ ਹੈ, ਜ਼ਰੂਰੀ ਥੋੜ੍ਹਾ ਕਿ ਉਹ ਤਾਂ ਕੇਵਲ ਰੋਲ ਕਰ ਰਹੀ ਹੈ।
ਅੱਜ ਲੋਕ ਧਰਮ ਦੇ ਵਿੱਚ ਵਿਚਰਦੇ ਨੇ, ਨਾਟਕਤਾ ਕਰ ਰਹੇ ਹਨ। ਭਗਤ ਕਬੀਰ ਸਾਹਿਬ ਜੀ ਕਹਿੰਦੇ ਇਹ ਤਾਂ ਤੂੰ ਨਾਟਕ ਕਰ ਲਿਆ ਕਿ ਜਿਸ ਪੱਖ ਦੇ ਉੱਪਰ ਜ਼ੋਰ ਪਾ ਕੇ ਉਹਨੂੰ ਸਾਧਣਾ ਪ੍ਰਬੋਧਣਾ ਸੀ ਉਹਦੇ ਉੱਪਰ ਕੋਈ ਕਾਰਜ ਨਹੀਂ ਕੀਤਾ ਤੇ ਬਾਹਰੋਂ ਸੌਖਾ। ਹੁਣ ਇੱਕ ਹੋਰ ਵੀ ਗੱਲ ਹੈ, ਆਰੰਭ ਤੋਂ ਹੀ ਰਹੀ ਹੈ, ਕੋਈ ਅੱਜ ਦੀ ਗੱਲ ਤਾਂ ਹੈ ਨਹੀਂ। ਹਮੇਸ਼ਾ ਧਰਮ ਦੇ ਵਿੱਚ ਜਦੋਂ ਬੰਦਾ ਦਾਖਲ ਹੁੰਦਾ ਉਦੋਂ ਵੀ ਉਹ ਸੌਖੇ ਢੰਗ ਹੀ ਲੱਭਦਾ ਹੈ। ਜਿਵੇਂ ਕਈ ਸਾਨੂੰ ਵੀ ਵਾਰਤਾਲਾਪ ਹੁੰਦੀ ਹੈ, ਅੰਮ੍ਰਿਤ ਵੇਲੇ ਤੋਂ ਛੋਟ ਭਾਲਦੇ ਨੇ, ਕਕਾਰਾਂ ਤੋਂ ਛੋਟ ਭਾਲਦੇ ਨੇ, ਰੋਜ਼ਾਨਾ ਦੀ ਸਤ ਸੰਗਤ ਤੋਂ ਛੋਟ ਭਾਲਦੇ ਨੇ, ਬਾਣੀ ਦੇ ਪਾਠ ਤੋਂ ਭਾਲਦੇ ਨੇ, ਸੇਵਾ ਤੋਂ ਭਾਲਦੇ ਨੇ। ਫਿਰ ਸੋਚੀਦਾ ਕਿ ਹੁਣ ਇੱਕ ਬੰਦਾ ਹੀ ਬਣਾਉਣਾ ਹੁੰਦਾ, 2 ਲੱਤਾਂ ਹੱਥ ਪੈਰ ਸਾਰਾ ਕੁਝ ਚਾਹੀਦਾ, ਇੱਕ ਹਿੱਸਾ ਹੀ ਕੱਢ ਦਿਓ ਭਲਾ ਬੰਦਾ ਕੰਪਲੀਟ ਰਹਿ ਜਾਏਗਾ। ਤੇ ਜੇ ਸਿੱਖੀ ਜੀਵਨ ਨੂੰ ਧਾਰਨ ਕਰਨਾ ਤੇ ਸਮੁੱਚਾ ਪੱਖੀ ਧਾਰਨ ਕਰਨਾ ਪੈਣਾ। ਕਦੇ ਗੁਰੂ ਸਾਹਿਬਾਨਾਂ ਦੇ ਸਿੱਖ ਜੀਵਨ ਤਾਂ ਦੇਖੋ, ਉਹਨਾਂ ਬੰਦਗੀ ਵਿੱਚ ਸਮੁੱਚਾ ਜੀਵਨ ਮਤਲਬ ਮਨ ਦੇ ਤਲ 'ਤੇ ਸ਼ਹੀਦ ਹੋ ਚੁੱਕੇ ਨੇ, ਮਨ ਦੇ ਤਲ 'ਤੇ ਸ਼ਹੀਦ ਦੀ ਅਵਸਥਾ ਨੂੰ ਪ੍ਰਾਪਤ ਹੋ ਗਏ ਨੇ, ਆਤਮਿਕ ਜਿਹੜੀ ਮੌਤ ਨੂੰ ਅਜਰ ਨੂੰ ਜਰ ਕੇ, ਪਰ ਫਿਰ ਵੀ ਉਹਨਾਂ ਨੇ ਸਰੀਰ ਰੂਪ ਦੇ ਵਿੱਚ ਆਪਣੀ ਜਿਹੜੀ ਹੈ ਸ਼ਹੀਦੀ ਨੂੰ ਪ੍ਰਣਾਇਆ। ਉਹ ਤਾਂ ਇੱਥੋਂ ਤੱਕ ਵੀ ਕੁਰਬਾਨ ਕਰਦੇ ਨੇ। ਅਸੀਂ ਅੱਜ ਹਰ ਪੱਖ ਦੇ ਛੋਟ ਭਾਲੀ ਜਾ ਰਹੇ ਹਾਂ। ਇਸ ਕਰਕੇ ਜਿਹੜੀ ਅੱਜ ਦੀ ਸੋਸ਼ੋਲੋਜੀ ਉਹ ਕਹਿ ਰਹੀ ਹੈ ਕਿ ਜਿਹੜਾ 2050 ਦਾ ਮਨੁੱਖ ਹੋਏਗਾ ਉਹ ਇੰਨਾ ਜ਼ਿਆਦਾ ਆਲਸੀ ਹੋਏਗਾ ਕਿ ਉਹ ਮਤਲਬ ਕਿ ਉਹਦੀ ਤੁਸੀਂ ਕਲਪਨਾ ਨਹੀਂ ਕਰ ਸਕਦੇ, ਕਿਉਂਕਿ ਉਹਨੇ ਆਪਣੇ ਸਰੀਰ ਦੇ ਸਾਰੇ ਬਲ ਨਿਯਮ ਨੂੰ ਹੀ ਗਵਾ ਲਿਆ। ਹੁਣ ਸਾਨੂੰ ਕਿੰਨਿਆਂ ਕੁ ਨੂੰ ਪਤਾ ਹੈ ਕਿ ਮੇਰੀ ਸੁਰਤ ਦਾ ਕਿੰਨਾ ਕੁ ਜ਼ੋਰ ਹੈ, ਕਿੰਨਿਆਂ ਕੁ ਨੂੰ ਪਤਾ ਹੈ ਕਿ ਮੇਰੀ ਜਿਹੜੀ ਕ੍ਰੀਏਟਿਵ ਪ੍ਰੋਸੈਸ ਹੈ ਉਹ ਕਿੰਨਾ ਕੁ ਮਜ਼ਬੂਤ ਹੈ, ਨਹੀਂ ਪਤਾ ਕਿਸੇ ਨੂੰ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਮਨ ਮੁੰਡਿਆ ਨਹੀਂ, ਸ਼ਬਦ ਦੁਆਰਾ ਮਨ ਨੂੰ ਪ੍ਰਬੋਧਣਾ ਸੀ, ਮਨ ਦੇ ਉੱਪਰ ਕਾਰਜ ਨਹੀਂ ਕੀਤਾ। ਤੇ ਜਿਹੜਾ ਧਰਮ ਦਾ ਪ੍ਰਚਲਿਤ ਜਿਹਾ ਰੂਪ ਬਣਾਇਆ ਸੀ, ਦੂਜਿਆਂ ਦਾ ਅਨੁਭਵ ਸੀ। ਇਸ ਕਰਕੇ ਧਰਮ ਦੇ ਵਿੱਚ ਇਹ ਵੀ ਕਿਹਾ ਜਾਂਦਾ ਹੈ ਕਿ ਜਦੋਂ ਦੂਜੇ ਦਾ ਅਨੁਭਵ ਲੈਣਾ ਹੈ ਉਦੋਂ ਇਸ ਢੰਗ ਨਾਲ ਲਓ, ਕਿਉਂਕਿ ਅਨੁਭਵ ਵੀ ਕਈ ਵਾਰ ਇੱਕੋ ਜਿਹਾ ਨਹੀਂ ਹੁੰਦਾ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਕੇਸ ਮੁੰਡਾਏ ਕਾਏ, ਅਸਲ ਦੇ ਵਿੱਚ ਸੰਨਿਆਸੀ ਬੈਰਾਗੀ ਮਨ ਦੇ ਉੱਪਰ ਕਾਰਜ ਕਰਨਾ ਸੀ, ਪਰ ਤੈਨੂੰ ਭੁਲੇਖਾ ਪੈ ਗਿਆ, ਤੂੰ ਧਰਮ ਨੂੰ ਬਾਹਰੀ ਸਾਧਨਾ ਦਾ ਸੂਤਰ ਸਮਝ ਲਿਆ ਤੇ ਕੇਸਾਂ ਤੋਂ ਮੁਨਕਰ ਹੋ ਗਿਆ। ਸ਼ਾਇਦ ਤੁਹਾਡੇ ਨਾਲ ਕਦੀ ਵਾਸਤਾ ਨਾ ਪਿਆ ਹੋਵੇ, ਕਈ ਸਿੱਖ ਬੰਦੇ ਲੋਕ ਜਿਹੜੇ ਹਨ ਉਹ ਜਦੋਂ ਸਿੱਖ ਕੇਸਾਂ ਦੇ ਉੱਪਰ ਕੁਤਰਕਾਂ ਕਰਦੇ ਹਨ ਜਾਂ ਆਪਣਾ ਨੀਚ ਗਿਆਨ ਝਾੜਦੇ ਹਨ, ਉਦੋਂ ਇਸ ਤਰ੍ਹਾਂ ਉਹਨਾਂ ਨੂੰ ਪ੍ਰਬੋਧਨ ਦੇ ਲਈ ਵੀ ਅਸੀਂ ਭਗਤ ਕਬੀਰ ਸਾਹਿਬ ਜੀ ਦੇ ਸਲੋਕ ਦਾ ਹਵਾਲਾ ਵਰਤ ਸਕਦੇ ਹਾਂ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਕੇਸ ਮੁੰਡਾਏ ਕਾਏ, ਕਹਿੰਦੇ ਇਹਦੇ ਵਿੱਚ 2 ਗੁਨਾਹ ਹੋ ਗਏ। ਇੱਕ ਤਾਂ ਜਿਹਦੇ ਸਾਧਨਾ ਜਿਸ ਪੱਖ ਦੀ ਕਰਨੀ ਉਹ ਨਹੀਂ ਕੀਤਾ, ਮਤਲਬ ਪਹਿਲਾਂ ਭਟਕਿਆ ਹੋਇਆ। ਦੂਜਾ ਕੇਸ ਮੁੰਡਾਏ ਕਾਏ, ਤੇ ਦੂਜੀ ਜਿਹੜੀ ਕੇਸਾਂ ਦੀ ਖੂਬਸੂਰਤੀ, ਜਿਹੜੀ ਕੁਦਰਤੀ ਖੂਬਸੂਰਤੀ ਪ੍ਰਾਪਤ ਹੋਈ ਹੈ ਉਹਨੂੰ ਵੀ ਗਵਾ ਬੈਠਾ, ਤੇ ਹੁਣ ਤੇਰਾ ਸੁਹੱਪਣ ਕਿੱਥੇ ਰਹੇਗਾ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਕੇਸ ਮੁੰਡਾਏ ਕਾਏ, ਤੂੰ ਕਹਿ ਰਿਹਾ ਸੰਨਿਆਸੀ ਬਣ ਗਿਆ, ਪਰ ਭਗਤ ਕਬੀਰ ਸਾਹਿਬ ਜੀ ਕਹਿੰਦੇ ਮੈਨੂੰ ਨਜ਼ਰ ਆਉਂਦਾ ਹੈ ਜੋ ਕਿਛ ਕੀਆ ਸੋ ਮਨ ਕੀਆ, ਮੁੰਡਾ ਮੂੰਡ ਅਜਾਏ। ਤੂੰ ਕਹਿੰਦਾ ਮੈਂ ਕੇਸ ਉਤਰਵਾ ਕੇ ਸੰਨਿਆਸੀ ਬਣ ਗਿਆ, ਪਰ ਭਗਤ ਕਬੀਰ ਸਾਹਿਬ ਜੀ ਕਹਿੰਦੇ ਮੈਂ ਦੇਖ ਰਿਹਾ ਕਿ ਜਿਸ ਮਨ ਨੂੰ ਤੂੰ ਸਾਧਣਾ ਸੀ ਉਹਨੇ ਤੈਨੂੰ ਆਪਣੇ ਉਲਟ ਪ੍ਰਭਾਵ ਦੇ ਅਧੀਨ ਕਰਕੇ ਨਾ ਤੈਨੂੰ ਅਸਲ ਸਾਧਨਾ ਦਾ ਸੂਤਰ ਸਮਝਣ ਦਿੱਤਾ, ਸਗੋਂ ਤੇਰੀ ਕੁਦਰਤੀ ਰੂਪ ਵਾਲੀ ਜਿਹੜੀ ਸੁੰਦਰਤਾ ਸੀ ਉਹਦੇ ਤੋਂ ਵੀ ਮੁਕਰਵਾ ਦਿੱਤਾ। ਅੱਜ ਦੇਖੋ ਕਿੰਨੀ ਦੁਨੀਆ ਜਿਹੜੀ ਕੇਸਾਂ ਦੀ ਸੁੰਦਰਤਾ ਤੋਂ ਵਿਹੂਣ ਹੋ ਗਈ, ਸਿੱਖ ਸਮਾਜ ਵੀ ਹੋ ਰਿਹਾ। ਪਰ ਕਦੀ ਤੁਸੀਂ ਕਿਸੇ ਧਰਮ ਦਾ ਜਿਹੜਾ ਪੈਗੰਬਰ ਹੈ, ਕਿਸੇ ਧਰਮ ਦਾ ਰਹਿਨੁਮਾ ਹੈ, ਉਹਦਾ ਸਰੂਪ ਦਿਖਾ ਲਓ ਕਿਤੇ ਕੇਸਾਂ ਤੋਂ ਬਿਨਾਂ। ਈਸਾ ਦੀ ਖੂਬਸੂਰਤੀ, ਮੈਂ ਕੱਲ੍ਹ ਹੀ ਪ੍ਰੋਫੈਸਰ ਪੂਰਨ ਸਿੰਘ ਜੀ ਨੂੰ ਪੜ੍ਹ ਰਿਹਾ ਸੀ, ਉਹਦੇ ਵਿੱਚ ਉਹ ਕਹਿੰਦੇ ਜੇ ਈਸਾ ਦੇ ਕੇਸ ਨਾਲ ਉਹਦੀ ਖੂਬਸੂਰਤੀ ਨਹੀਂ ਬਣਦੀ, ਪਰ ਕਹਿੰਦੇ ਪੂਰਾ ਪੱਛਮ ਜਿਹੜਾ ਹੈ ਈਸਾ ਦੇ ਕੇਸਾਂ ਦੀ ਖੂਬਸੂਰਤੀ ਨੂੰ ਨਹੀਂ ਸਾਂਭ ਸਕਿਆ। ਹਿੰਦੂ ਮਤ ਦੇ ਜਿਤਨੇ ਅਵਤਾਰ ਨੇ, ਜਿਤਨੇ ਉਹਨਾਂ ਦੇ ਰਹਿਨੁਮਾ ਨੇ, ਰਾਮਚੰਦਰ ਨੇ, ਸ਼੍ਰੀ ਕ੍ਰਿਸ਼ਨ ਨੇ, ਬ੍ਰਹਮਾ ਨੇ, ਜਿੰਨੇ ਵੀ ਨੇ, ਚਾਹੇ ਅੱਜ ਨਾਟਕ ਵੀ ਚੱਲਦੇ ਨੇ ਟੀਵੀਆਂ 'ਤੇ, ਸ਼ਾਇਦ ਆਪ ਦੇਖਦੇ ਹੋ, ਕੋਈ ਉਹਨਾਂ ਦਾ ਅਵਤਾਰ ਜਿੱਥੋਂ ਤੱਕ ਕਿ ਸ਼ਿਵ ਵੀ ਕੋਈ ਜੂੜੇ ਤੋਂ ਬਗੈਰ ਹੋਵੇ, ਪਰ ਨਹੀਂ, ਇੱਕ ਸਿਰਫ ਜਿਹੜੀ ਧਰਮ ਦੀ ਸਰੂਪ ਸੁੰਦਰਤਾ ਹੈ ਉਹ ਸਿੱਖ ਹੀ ਸੰਭਾਲ ਰਹੇ ਨੇ। ਪਰ ਸਿੱਖਾਂ ਨੂੰ ਵੀ ਕੁਰੀਤ ਪੈ ਗਈ ਅੱਜ, ਉਹ ਸਮਝਦੇ ਨੇ ਕਿ ਸ਼ਾਇਦ ਅਸੀਂ ਇਸ ਪੱਖ ਨੂੰ ਜ਼ਿਆਦਾ ਕਰ ਲਈਏ ਤਾਂ ਉਹ ਜ਼ਿਆਦਾ ਵਧੀਆ ਹੋ ਜਾਏਗਾ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਇਸੇ ਪ੍ਰਕਾਰ ਇਹਦੇ ਵਿੱਚ ਜੋ ਕਿਛ ਕੀਆ ਸੋ ਮਨ ਕੀਆ, ਇਸ ਕਰਕੇ ਮਨ ਨੇ ਦਖਲ ਪੈਦਾ ਕਰ ਦਿੱਤਾ। ਮਨ ਨੂੰ ਹੀ ਸਾਧਣਾ ਸੀ, ਪਰ ਜਿਹਨੂੰ ਸਾਧਣਾ ਉਹੀ ਤੇਰੇ 'ਤੇ ਭਾਰੂ ਹੋ ਗਿਆ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਮੁੰਡਾ ਮੂੰਡ ਅਜਾਏ। ਤਾਂ ਇਸੇ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਕਹਿੰਦੇ ਇਹ ਤਾਂ ਮਨ ਦਾ ਮੁੰਡ ਪੁਣਾ ਸੀ। ਮੁੰਡ ਪੁਣੇ ਦਾ ਭਾਵ ਕੀ ਹੈ ਕਿ ਗੰਭੀਰਤਾ ਨਹੀਂ ਸੀ, ਕਾਲੀ ਸੀ, ਅਤੇ ਕਾਲੀ ਦੇ ਵਿੱਚ ਇਹ ਕਰਮ ਕੀਤਾ। ਇਸ ਕਰਕੇ ਧਰਮ ਕਾਲੀ ਦਾ ਨਾਮ ਨਹੀਂ ਹੈ। ਧਰਮ ਦੇ ਵਿੱਚ ਇੱਕ ਉੱਚੀ ਗੰਭੀਰਤਾ ਪੈਦਾ ਹੋਣੀ ਚਾਹੀਦੀ ਹੈ। ਜੇ ਉੱਚੀ ਗੰਭੀਰਤਾ ਨਹੀਂ ਪੈਦਾ ਹੁੰਦੀ
ਤੇ ਕਾਲੀ ਵਿੱਚ ਕੀਤਾ ਹੋਇਆ ਧਰਮ ਦਾ ਕਰਮ ਥੋੜ੍ਹੇ ਸਮੇਂ ਬਾਅਦ ਆਪਣਾ ਵਿਪਰੀਤ ਰੂਪ ਧਾਰਨ ਕਰ ਲੈਂਦਾ ਹੈ ਤੇ ਬੰਦਾ ਫਿਰ ਅਧੂਰਾ ਸਾਬਤ ਹੋ ਜਾਂਦਾ ਹੈ। ਇਸੇ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਕਹਿੰਦੇ, ਕਬੀਰ ਮਨ ਮੁੰਡਿਆ ਨਹੀਂ, ਜਿਸ ਮਨ ਦੀ ਸਾਧਨਾ ਕਰਨੀ ਸੀ। ਹੁਣ ਗੁਰਬਾਣੀ ਦੇ ਜ਼ਿਕਰ ਆਉਂਦਾ ਨਾ ਅਕਾਲ ਪੁਰਖ ਦਾ, ਨਾ ਗੁਰੂ ਸਾਹਿਬ ਜੀ ਨੇ ਸਰੂਪ ਚਿੱਤਰਿਆ, ਉਹਦੇ ਵਿੱਚ ਉਹ ਆਖਦੇ ਹਨ, ਸੋਹਣੇ ਨੱਕ ਜਿਨ ਲੰਮੜੇ ਵਾਲਾ। ਅਕਾਲ ਪੁਰਖ ਨੂੰ ਜਦੋਂ ਚਿੱਤਰਦੇ ਨੇ ਗੁਰੂ ਸਾਹਿਬ ਜੀ, ਕਹਿੰਦੇ ਕਿ ਤੇਰੇ ਸਿਰ ਦੇ ਉੱਪਰ ਸੁਹਾਵਣੇ ਕੇਸ ਹਨ, ਤੇ ਉਹ ਕੇਸ ਇਵੇਂ ਹਨ ਜਿਵੇਂ ਸਾਰੀ ਬਨਸਪਤੀ ਚੌਰ ਕਰ ਰਹੀ ਹੋਵੇ। ਐਡਾ ਵੱਡਾ ਗੁਰੂ ਸਾਹਿਬ ਜੀ ਪ੍ਰਤੀਕ ਬਣਾਉਂਦੇ ਹਨ, ਪਰ ਸਾਨੂੰ ਉਹ ਛੋਟੇ ਛੋਟੇ ਅਰਥਾਂ ਦੇ ਵਿੱਚ ਸਮਝ ਆਉਂਦਾ ਹੈ। ਜਿੰਨਾ ਚਿਰ ਅਸੀਂ ਪ੍ਰੋਫੈਸਰ ਪੂਰਨ ਸਿੰਘ ਜੀ ਦੇ ਨਾ 5-4 ਲੇਖ ਨੇ, ਉਹ ਅੱਜ ਦੇ ਸਮੇਂ 'ਚ ਖੁਦ ਵੀ ਪੜ੍ਹਨੇ ਚਾਹੀਦੇ ਨੇ ਅਤੇ ਆਪਣੇ ਬੱਚਿਆਂ ਨੂੰ ਵੀ ਪੜ੍ਹਾਉਣੇ ਚਾਹੀਦੇ, ਜਿਹੜੇ ਦੁਨਿਆਵੀ ਚਮਕ 'ਚ ਸਮਝਦੇ ਨੇ ਕਿ ਮੇਰਾ ਇਹ ਰੂਪ। ਪ੍ਰੋਫੈਸਰ ਪੂਰਨ ਸਿੰਘ ਜੀ ਨੇ ਕਹਿੰਦੇ, ਜਿਹੜੇ ਦੁਨੀਆ ਦੇ ਵਿੱਚ ਆਦਰਸ਼ ਬੰਦਾ ਪੈਦਾ ਕੀਤਾ ਹੈ, ਆਦਰਸ਼ ਬੰਦਾ, ਅੱਜ ਤੁਸੀਂ ਕਿਸੇ ਬੰਦੇ ਨੂੰ ਪੁੱਛ ਲਓ ਨਾ ਆਈਡਲ ਮੈਨ ਕੌਣ ਹੈ ਬਿਊਟੀ ਦੇ ਪੱਖ ਤੋਂ, ਉਹ ਪਤਾ ਕੀ ਕਹੇਗਾ? ਜਿਹਦੇ ਸਿਰ 'ਤੇ ਕੇਸ ਨਹੀਂ ਹੈ, ਜਿਹਦੇ ਮੁੱਖ 'ਤੇ ਦਾੜ੍ਹੀ ਨਹੀਂ ਹੈ, ਜਿਹਨੇ ਮਤਲਬ ਸਾਰੀ ਕਲੀਨ ਸ਼ੇਵ ਵਾਲੀ ਹਾਲਤ ਵਿੱਚ ਉਹਨੂੰ ਆਈਡਲ ਪੈਦਾ ਕੀਤਾ ਜਾਂਦਾ ਹੈ। ਪਰ ਭਗਤ ਪ੍ਰੋਫੈਸਰ ਪੂਰਨ ਸਿੰਘ ਜੀ ਕਹਿੰਦੇ ਸਾਰੀ ਜਿਹੜੀ ਡਿਵਾਈਨਨੈਸ ਹੈ ਜਿਹੜੀ ਕੇਸਾਂ ਵਾਲੀ, ਉਹ ਤਾਂ ਇਹਨੇ ਗਵਾਲੀ। ਇਸ ਕਰਕੇ ਕਹਿੰਦੇ ਜਿਹੜਾ ਆਈਡਲ ਪੈਦਾ ਕੀਤਾ ਹੈ ਇਹ ਮਟੀਰੀਅਲਿਸਟਿਕ ਨੇ ਪੈਦਾ ਕੀਤਾ, ਪਦਾਰਥਵਾਦ ਨੇ ਪੈਦਾ ਕੀਤਾ ਹੈ, ਕਿਉਂਕਿ ਪਦਾਰਥਵਾਦ ਰੱਬ ਦੀ ਹੋਂਦ ਨੂੰ ਕਬੂਲ ਨਹੀਂ ਕਰਦਾ। ਉਹ ਕਹਿੰਦਾ ਮੇਰੇ ਅਨੁਸਾਰ ਚੱਲੇ। ਤਾਂ ਕਰਕੇ ਭਗਤ ਪ੍ਰੋਫੈਸਰ ਪੂਰਨ ਸਿੰਘ ਜੀ ਕਹਿੰਦੇ ਕਿ ਜਿਹੜਾ ਸਾਡਾ ਨੌਜਵਾਨ ਸਿੱਖ ਪ੍ਰਵਾਸ ਕਰਦਾ ਉਹ ਠੱਗਿਆ ਜਾ ਰਿਹਾ ਹੈ, ਕਿ ਜਿਹੜਾ ਉਹਨੂੰ ਸਿੱਖੀ ਨੇ ਆਈਡਲ ਮੈਨ ਦਿੱਤਾ, ਜਿਹਦੇ ਵਿੱਚ ਉਹਦੇ ਗੁਰੂ ਦੀ ਸੂਰਤ, ਗੁਰੂ ਦੇ ਸਾਹਿਬਜ਼ਾਦਿਆਂ ਦੀ ਸੂਰਤ, ਹੋਰ ਸਾਰਾ ਕੁਝ ਪਿਆ ਹੈ, ਉਹ ਉਹਨੂੰ ਗ੍ਰਹਿਣ ਨਹੀਂ ਕਰਨਾ ਚਾਹੁੰਦਾ। ਉਹ ਪਦਾਰਥ ਦੇ ਲੋਭ ਵਿੱਚ ਪੂਰਿਆਂ ਚੜ੍ਹਨ ਦੇ ਲਈ, ਜਾਂ ਪਦਾਰਥ ਦੇ ਵਿੱਚ ਜਿਹੜੀ ਸੁਸਾਇਟੀ ਦੇ ਵਿੱਚ ਗੁਰੂ ਦੀ ਬੰਦਗੀ ਦਾ ਅਭਿਆਸ ਹੀ ਨਹੀਂ ਹੈ, ਉਸ ਸੁਸਾਇਟੀ ਦੇ ਵਿੱਚ ਆਪਣੀ ਸਪਿਰਿਟ ਨੂੰ ਗਵਾ ਬੈਠਦਾ ਹੈ ਅਤੇ ਉਹ ਕੇਸਾਂ ਤੋਂ ਪਹਿਲਾਂ ਮੁਨਕਰ ਹੋ ਜਾਂਦਾ। ਕੇਸ ਜਿਹੜੇ ਕਤਲ ਕਰਵਾ ਲੈਣੇ, ਇਹ ਕੋਈ ਛੋਟਾ ਜਿਹਾ ਕ੍ਰਾਈਸਿਸ ਨਹੀਂ ਹੈ ਬੰਦੇ ਦਾ। ਉਹਦਾ ਬੰਦੇ ਦਾ ਮਨ ਬਹੁਤ ਪਹਿਲਾਂ ਠੱਗਿਆ ਜਾਂਦਾ। ਜਦੋਂ ਮੈਂ ਕਈ ਵਾਰੀ ਪ੍ਰਵਾਸ ਦਾ ਨੁਕਤਾ ਨੋਟ ਕਰਦਾ, ਜਦੋਂ ਬੱਚੇ ਪ੍ਰਵਾਸ ਕਰਦੇ ਨੇ ਪਹਿਲੀ ਸ਼ਰਤ ਹੀ ਇਹ ਹੁੰਦੀ ਅੱਜ ਸਾਡੇ ਸਿੱਖ ਬੱਚਿਆਂ ਦੀ, ਕਿ ਜੇ ਪਹਿਲਾਂ ਕੇਸਾਂ ਤੋਂ ਮੁਨਕਰ ਹੋਈਏ। ਜਿਹੜੀ ਸੁਸਾਇਟੀ ਵਿੱਚ ਜਾ ਕੇ ਸਿੱਖੀ ਦੀ ਕੰਟਰੀਬਿਊਸ਼ਨ ਆਪਣੇ ਸਰੂਪ ਨਾਲ ਕਰਨੀ ਹੈ, ਉਹਨੂੰ ਇੱਥੇ ਛੱਡ ਗਏ ਉਹ, ਤਾਂ ਫਿਰ ਅਰਦਾਸ ਕੀ ਕਰੇਗੀ ਵੀ ਗੁਰੂ ਤੁਹਾਡੀ ਮਦਦ ਕਰੇ ਉੱਥੇ ਜਾ ਕੇ। ਮੈਂ ਜਦ ਕਦੇ ਅਰਦਾਸ ਕਰਦਾ, ਸ਼ਬਦ ਕਹਿੰਦਾ, ਦੇਖਦਾ ਹਾਲਤ ਦੁਬਿਧਾ ਵਿੱਚ ਹੀ ਕਰਦਾ ਬਹੁਤ ਵਾਰ, ਕਿ ਜਿਹੜੇ ਗੁਰੂ ਦੀ ਬਖਸ਼ਿਸ਼ ਦੇ ਨਾਲ ਉੱਥੇ ਜਾ ਕੇ ਇਹਨੇ ਪੂਰਾ ਪੁੱਗਣਾ ਹੈ, ਇਹ ਤਾਂ ਇੱਥੇ ਤਲਾਂਜਲੀ ਦੇ ਗਿਆ, ਉੱਥੇ ਗੁਰੂ ਇਹਦਾ ਕੀ ਸਹਾਇਕ ਹੋਏਗਾ। ਕੇਸ ਗੁਰੂ ਕੀ ਮੋਹਰ ਕਹਿੰਦੇ ਹਾਂ ਨਾ ਅਸੀਂ, ਜਿੰਨੇ ਮਰਜ਼ੀ ਕਚਹਿਰੀ ਦੇ ਐਫੀਡੇਵਿਟ ਚੁੱਕੀ ਫਿਰੋ, ਜਿੰਨਾ ਕੋਈ ਪ੍ਰਮਾਣਿਤ ਨਹੀਂ ਨਾ ਕਰਦਾ, ਉਹਦੀ ਕੋਈ ਵੁਕਤ ਨਹੀਂ ਹੁੰਦੀ। ਅਤੇ ਜਿੰਨਾ ਚਿਰ ਗੁਰੂ ਦਾ ਨਿਸ਼ਾਨ ਹੀ ਨਹੀਂ ਸਾਡੇ ਸਰੀਰ ਦੇ ਉੱਪਰ, ਸਾਡੇ ਉੱਪਰ ਸਾਬਤ ਰਿਹਾ, ਤਾਂ ਫਿਰ ਗੁਰੂ ਕੀ ਕਿਰਪਾ ਕਿੱਥੋਂ ਨਾਜ਼ਲ ਹੋਏਗੀ। ਤਾਂ ਇਸੇ ਪ੍ਰਕਾਰ ਹੁਣ ਦੂਜੀ ਗੱਲ, ਜਿਨ੍ਹਾਂ ਦਾ ਆਈਡਲ ਗਵਾ ਚੁੱਕੇ ਨੇ ਅਮਰੀਕਾ ਵਾਲੇ, ਉਹਨਾਂ ਦੇ ਵਿੱਚ ਵੀ ਕਦੇ ਬਾਈਬਲ ਪੜ੍ਹੋ, ਉਹਦੇ ਵਿੱਚ ਸੈਮਸਨ ਤਾਂ ਡਲਾਈਲਾ ਦਾ ਪ੍ਰਸੰਗ ਆਉਂਦਾ ਹੈ, ਉਹ ਕੇਸਾਂ ਦੀ ਮਾਨਤਾ ਸਿੱਧ ਕਰਦਾ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ, ਜੋ ਕਿਛ ਕੀਆ ਸੋ ਮਨ ਕੀਆ ਮੂੰਡਾ ਮੂੰਡ ਜਾਏ। ਇਹ ਤਾਂ ਮਨ ਸੀ, ਕਹਿੰਦੇ ਮਨ ਦੇ ਤਲ 'ਤੇ ਤਾਂ ਕਰਕੇ ਕਹੀਦਾ ਨਾ ਰੋਜ਼ਾਨਾ ਦੀ ਸੰਗਤ ਕਰੋ, ਕਿ ਜਿਵੇਂ ਆਰੰਭ ਦੇ ਵਿੱਚ ਜ਼ਿਕਰ ਆਇਆ ਕਿ ਸਾਕਤ ਸੰਗ ਨਾ ਜਾਓ, ਕਿ ਮਨ ਦਾ ਜਦੋਂ ਸਾਕਤ ਵਾਲਾ ਹਿੱਸਾ ਜਾਗ ਗਿਆ, ਉਹਨੇ ਦੁਨੀਆ ਨੂੰ ਪ੍ਰਮੁੱਖਤਾ ਦੇਣੀ ਹੈ, ਉਹਨੇ ਗੁਰੂ ਵਾਲੇ ਜੀਵਨ ਨੂੰ ਪ੍ਰਮੁੱਖਤਾ ਨਹੀਂ ਦੇਣੀ। ਅਤੇ ਫਿਰ ਉਹਨੇ ਦੁਨੀਆ ਦੇ ਹੀ ਕਾਇਦੇ ਨੇਮ ਧਾਰਨ ਕਰਨੇ ਨੇ, ਗੁਰੂ ਦੇ ਨਹੀਂ ਕਰਨੇ। ਇਸ ਕਰਕੇ ਸੰਗਤ ਸਾਧ ਕੀ, ਉਹਨੂੰ ਸਾਧ ਦੀ ਸੰਗਤ ਵਿੱਚ ਪਾਈ ਰੱਖੋ, ਅਤੇ ਤਾਂ ਕਿ ਉਹਦਾ ਆਦਰਸ਼ ਵੱਡਾ ਬਣਿਆ ਰਹੇ, ਆਦਰਸ਼ ਦੇ ਵਿੱਚੋਂ ਪ੍ਰੇਰਣਾ ਵੱਡੀ ਬਣੀ ਰਹੇ, ਅਤੇ ਪ੍ਰੇਰਣਾ ਦੇ ਵਿੱਚੋਂ ਉਹਦਾ ਅਮਲ ਚੰਗਾ ਬਣਿਆ ਰਹੇ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ, ਜੋ ਕਿਛ ਕੀਆ ਸੋ ਮਨ ਕੀਆ। ਅਸਲ ਪ੍ਰਬੋਧਨਾ ਆਪਣਾ ਮਨ ਸੀ, ਉਸ ਨੂੰ ਪ੍ਰਬੋਧ ਨਹੀਂ ਸਕੇ ਅਤੇ ਬਾਹਰੀ ਤੌਰ 'ਤੇ ਭਰਮਦੇ ਰਹੇ ਹਨ। ਇਸ ਕਰਕੇ ਗੁਰਬਾਣੀ 'ਚ ਆਪ ਜੀ ਸੋਠ ਰਾਗ ਦੀ ਅਸ਼ਟਪਦੀਆਂ ਪੜ੍ਹੋ, ਉਹਦੇ ਵਿੱਚ ਜ਼ਿਕਰ ਆਉਂਦਾ ਹੈ, ਮੋਨ ਭਇਓ ਕਰਪਾਤੀ ਰਹਿਓ ਨਗਨ ਫਿਰਿਓ ਬਨ ਮਾਹੀ, ਤਟ ਤੀਰ ਸਭ ਧਰਤੀ ਭ੍ਰਮਿਓ ਦੁਬਿਧਾ ਛੁਟਕੈ ਨਾਹੀ। ਇਸੇ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਕਹਿੰਦੇ, ਜੋ ਕਿਛ ਕੀਆ ਸੋ ਮਨ ਕੀ। ਇਸ ਕਰਕੇ ਮਨ ਜੇ ਸ਼ਬਦ ਨਾਲ ਜਾਗਿਆ ਹੁੰਦਾ ਅਤੇ ਉਹਨੇ ਹਰੇਕ ਚੀਜ਼ ਦਾ ਸਤਿਕਾਰ ਪੈਦਾ ਕਰਕੇ ਉਹਦਾ ਵੱਡਾ ਪਰਸਪੈਕਟਿਵ ਪੈਦਾ ਕਰਨਾ ਸੀ। ਪਰ ਮਨ ਮਾਇਆ ਦੇ ਤਹਿਤ ਠੱਗਿਆ ਗਿਆ, ਨਾ ਇਹ ਆਪ ਪ੍ਰਬੋਧਿਆ ਗਿਆ, ਨਾ ਇਹਨੇ ਤੇਰੇ ਜੀਵਨ ਦੀ ਬਿਊਟੀ ਨੂੰ ਕਾਇਮ ਰਹਿਣ ਦਿੱਤਾ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ, ਮੂੰਡਾ ਮੂੰਡ ਆ ਜਾਂ, ਇਸ ਕਰਕੇ ਤੇਰਾ ਇਹ ਯਤਨ ਕੀਤਾ ਵਿਅਰਥ ਗਿਆ ਹੈ, ਕਿਉਂਕਿ ਇਹਦੇ ਵਿੱਚ ਮਨ ਨੂੰ ਸਮਝਣ ਦਾ ਕੋਈ ਸੂਤਰ ਨਹੀਂ ਹੈ। ਹੁਣ ਇਹਦੀ ਮੈਂ ਬਹੁਤ ਸਰਲ ਜੀ ਗੱਲ ਕਰਦਿਆਂ ਤਾਂ ਕਿ ਸਮਝ ਆ ਜਾਏ। ਹੁਣ ਕੋਈ ਮਨੁੱਖ ਗੁਰੂ ਕੀ ਸ਼ਰਨ ਆਵੇ, ਹੁਣ ਇੱਥੇ ਆ ਕੇ ਉਹ ਪ੍ਰਸ਼ਨ ਕਰੇ ਕਿ ਜੀ ਜਿਹੜੀ ਸਿੱਖੀ ਹੈ ਕੀ ਉਹ ਕੇਸਾਂ ਦੇ ਨਾਲ ਹੀ ਨਿਭੇਗੀ ਜਾਂ ਕੇਸਾਂ ਤੋਂ ਬਿਨਾਂ ਵੀ ਨਿਭ ਸਕਦੀ ਹੈ।
ਪਰ ਇੱਥੇ ਤੇ ਇਹ ਵਿਸ਼ਾ ਹੀ ਨਹੀਂ ਹੈ। ਇੱਥੇ ਤੇ ਆ ਵੀ ਹੁਣ ਉਦਾਹਰਨ ਦੇ ਤੌਰ ਤੇ ਮੈਨੂੰ ਕਈ ਵਾਰੀ ਬੰਦਿਆਂ ਦੇ ਸਰਲ ਵਾਕ ਬੜੇ ਚੰਗੇ ਲੱਗਦੇ ਨੇ, ਉਹਨਾਂ 'ਚ ਗਿਆਨ ਬੜਾ ਤਿੱਖਾ ਹੁੰਦਾ। ਅਸੀਂ ਥੋੜ੍ਹਾ ਜਿਹਾ ਉਹਨੂੰ ਪੋਲਾ ਜਿਹਾ ਕਰ ਦਿੰਦੇ ਹਾਂ, ਪਰ ਉਹ ਉਹਨਾਂ ਦਾ ਗਿਆਨ ਤਿੱਖਾ ਹੁੰਦਾ, ਉਹ ਛੇਤੀ ਕਾਟ ਕਰਦਾ। ਉਹ ਕਹਿੰਦੇ ਜੀ ਸਰੀਰ ਮਿਲਦਾ ਸਾਰਾ, ਕਦੀ ਸਰੀਰ ਦੀ ਸੁੰਦਰਤਾ ਵਧਾਉਣ ਦੇ ਲਈ ਹੱਥ ਪੈਰ ਵੀ ਕਟਾਏ ਨੇ ਬੰਦੇ ਨੇ ਕਿ ਨਹੀਂ ਆ ਉਂਗਲਾਂ ਲੰਬੀਆਂ ਮਿਲ ਗਈਆਂ, ਇਹ ਵੀ ਕਟਾ ਦਈਏ ਥੋੜ੍ਹੀਆਂ ਜੀਆਂ। ਉਹ ਤਾਂ ਕਹਿੰਦੇ ਕਦੀ ਕਟਾਈਆਂ ਨਹੀਂ। ਪਰ ਕੀ ਹੈ ਕਿ ਮਨੁੱਖ ਉਹੀ ਗੱਲ ਆਪਣੇ ਆਪ ਪ੍ਰਤੀ ਵੀ ਇਮਾਨਦਾਰ ਨਹੀਂ ਹੈ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਇਸੇ ਪ੍ਰਕਾਰ ਸਤ ਸੰਗੀ ਆਉਣਾ, ਜੋ ਗੁਰੂ ਸਰੂਪ ਹੈ ਪਹਿਲਾਂ ਉਹਦੇ ਵਿੱਚ ਰਹੋ, ਫਿਰ ਉਸ ਤੋਂ ਬਾਅਦ ਜਿਹੜਾ ਗੁਰੂ ਨੇ ਸਾਨੂੰ ਜੀਵਨ ਦੀ ਕਮਾਈ ਦੱਸੀ ਹੈ ਉਹਨੂੰ ਕਮਾਓ। ਉਹਦਾ ਦੋਵਾਂ ਦੀ ਇੱਕ ਸੁਰਤਾ ਪੈਦਾ ਕਰੋ। ਜਦੋਂ ਇੱਕ ਸੁਰਤਾ ਪੈਦਾ ਹੋ ਗਈ, ਉਰੋਂ ਗੁਰੂ ਰੰਗ ਵਿੱਚ ਰੰਗੇ ਜਾਓਗੇ ਅਤੇ ਫਿਰ ਤੁਹਾਨੂੰ ਜੀਵਨ ਦਾ ਕੋਈ ਵੱਡਾ ਅਨੁਭਵ ਮਿਲੇਗਾ। ਇਸੇ ਪ੍ਰਕਾਰ ਹੁਣ ਤੁਸੀਂ ਇਹ ਦੇਖੋ ਕਿ ਜਦੋਂ ਭਾਈ ਤਾਰੂ ਸਿੰਘ ਕਹਿੰਦੇ ਨੇ ਕਿ ਮੈਂ ਕਤਲ ਨਹੀਂ ਕਰਵਾਉਣ ਦੇਣੇ, ਹੁਣ ਸ਼ਬਦ ਉੱਥੇ ਸ਼ਬਦ ਵੀ ਦੇਖੋ, ਉਹ ਜਦੋਂ ਕਤਲ ਕਹਿ ਰਹੇ ਨੇ ਉਹਦਾ ਮਤਲਬ ਕੀ ਹੈ ਕਿ ਹੁਣ ਕੇਸ ਇਕੱਲੀ ਇਹ ਕੇਸ ਨਹੀਂ ਰਹੇ, ਉਹ ਉਹਦੇ ਜੀਵਨ ਦੇ ਨਾਲ ਜੁੜ ਗਏ ਨੇ। ਉਹਨੂੰ ਪਤਾ ਜੇ ਇਹ ਮੁਨਕਰ ਹੋ ਗਏ ਤੇ ਇਹਨਾਂ ਦੇ ਜਾਣ ਤੋਂ ਬਾਅਦ ਜੇ ਕੋਈ ਮੇਰਾ ਜੀਵਨ ਬਾਕੀ ਰਹਿ ਵੀ ਗਿਆ, ਉਹ ਮੁਰਦਿਆਂ ਵਾਲਾ ਹੀ ਜੀਵਨ। ਅਤੇ ਇਸੇ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਕਹਿੰਦੇ ਮੂੰਡਾ ਮੂੰਡ ਆ ਜਾਏ, ਮਨ ਦੇ ਤਲ 'ਤੇ ਭਟਕਣ ਦੇ ਸਮਝਦੇ ਸੂਤਰ। ਇਸ ਕਰਕੇ ਸ਼ਬਦ ਵਿਚਾਰ ਨੇ, ਹੁਣ ਜਿਹੜੀ ਸ਼ਬਦ ਵਿਚਾਰ ਹੈ ਉਹਨੇ ਮਨ ਨੂੰ ਪ੍ਰਬੋਧਣਾ ਅਤੇ ਮਨ ਨੂੰ ਰੋਜ਼ਾਨਾ ਪ੍ਰਬੋਧਦੇ ਰਹੀਏ, ਤਾਂ ਕਿ ਕਿਸੇ ਦਿਨ ਇਹਦੇ ਵਿੱਚ ਗੁਰੂ ਕਿਰਪਾ ਨਾਲ ਪਰਿਵਰਤਨ ਵਾਪਰ ਜਾਏ ਅਤੇ ਅਸੀਂ ਗੁਰੂ ਕੀ ਕਿਰਪਾ ਦੇ ਪਾਤਰ ਬਣ ਜਾਈਏ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਇਸ ਪ੍ਰਕਾਰ 2 ਸਲੋਕਾਂ ਦੁਆਰਾ ਸ਼ਬਦ ਉਪਦੇਸ਼ ਦੀ ਬਖਸ਼ਿਸ਼ ਕਰਕੇ ਨਿਵਾਜਦੇ ਹਨ। ਬਖਸ਼ਿਸ਼ ਕਰਨ ਸਲੋਕਾਂ ਦੇ ਭਾਵ ਉਪਦੇਸ਼ ਸਾਡੇ ਸਾਰਿਆਂ ਦੇ ਹਿਰਦਿਆਂ ਅੰਦਰ ਵਸ ਜਾਣ। ਸ਼ਬਦ ਦਾ ਸੁਣਿਆ ਹੋਇਆ ਉਪਦੇਸ਼, ਸਮਝਿਆ ਹੋਇਆ ਅਨੁਭਵ ਸਾਡੇ ਸਾਰਿਆਂ ਦੇ ਜੀਵਨ ਦੀ ਕਰਨੀ ਦਾ ਅਮਲ ਦਾ ਅੰਗ ਬਣੇ। ਸਾਰਿਆਂ ਦਾ ਇੱਥੇ ਆਇਆ ਸਫਲਾ ਹੋਵੇ ਜੀ। ਭਾਵੇਂ ਲੜੀਵਾਰ ਬਾਣੀ ਦੀ ਵਿਆਖਿਆ ਦੀ ਆਪ ਜੀ ਦੇ ਨਾਲ ਸਾਂਝ ਪਾਉਂਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਜਾਚਨਾ ਜੀ। ਬੜੇ ਅਦਬ ਸਹਿਤ ਗੱਜ ਕੇ ਫਤਿਹ ਅਰਜ਼ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।